सतनाम। सतनाम श्री वाहेगुरु। दंडौत बंदन अनक बार, सर्व कला समरथ। डोलन ते राखो प्रभु, डोलन ते राखो प्रभु, नानक दे कर हथ। कृपा करो दीन के दाते, मेरा गुण अवगुण ना विचार्यो कोई। माटी का क्या धोपै स्वामी, मानस की गत एही। कीता लोड़िए कम सोहर पै आखिए, कारज देहो सवार। कारज देहो सवार, सतगुर सच साखीए, संतां संग निदान। संतां संग निदान अमृत चाखीए, पह पंजन मेहरवान, दास की राखीए। नानक हर गुण गाए, अलख प्रभ लाखीए। कारज देओ सवार गुरु जी, कारज देहो सवार। कारज देहो सवार गुरु जी, कारज देहो सवार। देहो सवार गुरु जी, कारज देहो सवार। कारज 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 देहो सवार, कारज देहो सवार। कारज देहो सवार, कारज
ਜਿਤੇ ਹੋ ਸਵਾਰ ਕਾਰਜ ਤੇ 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 ਹੋ ਸਵਾਰ ਗੁਰੂ ਜੀ ਕਾਰਜ ਤੇ ਹੋ ਸਵਾਰ ਕਾਰਜ ਤੇ ਹੋ ਸਵਾਰ ਗੁਰੂ ਜੀ ਕਾਰਜ ਤੇ ਹੋ ਸਵਾਰ ਕਾਰਜ ਤੇ ਹੋ ਸਵਾਰ ਗੁਰੂ ਜੀ ਕਾਰਜ ਤੇ ਹੋ ਸਵਾਰ ਕਾਰਜ ਤੇ ਹੋ ਸਵਾਰ ਗੁਰੂ ਜੀ ਕਾਰਜ ਤੇ ਹੋ ਸਵਾਰ ਕਾਰਜ ਤੇ ਹੋ ਸਵਾਰ ਗੁਰੂ ਜੀ ਕਾਰਜ ਤੇ ਹੋ ਸਵਾਰ ਕਾਰਜ ਤੇ ਹੋ ਸਵਾਰ ਗੁਰੂ ਜੀ ਕਾਰਜ ਤੇ ਹੋ ਸਵਾਰ ਕੀਤਾ ਲੋੜੀਏ ਕੰਮ ਸੋ ਹਰ ਆਖੀਏ ਕਾਰਜ ਤੇ ਹੋ ਸਵਾਰ ਸਤਿਗੁਰ ਸੱਚ ਸਾਖੀਏ ਵਾਹਿਗੁਰੂ 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 ਸਾਰੀ ਸੰਗਤ ਵਾਹਿਗੁਰੂ 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 ਰਸ ਬਣਾਓ ਵਾਹਿਗੁਰੂ 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 ਜਪੋ ਵਾਹਿਗੁਰੂ 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 ਜਪੋ ਵਾਹਿਗੁਰੂ 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 ਜਪੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ 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 ਪੈਜ ਰੱਖ ਲਈ ਸੇਵਕਾਂ ਦੀ ਵਾਹਿਗੁਰੂ ਵਾਹਿਗੁਰੂ ਪੈਜ ਰੱਖ ਲਈ ਸੇਵਕਾਂ ਦੀ ਮਾਲਕ ਆਪ ਸਹਾਈ ਹੋ ਕੇ ਰੱਖ ਲਈ ਸੇਵਕਾਂ ਦੀ ਮਾਲਕ ਆਪ ਸਹਾਈ ਹੋ ਕੇ ਰੱਖ ਲਈ ਸੇਵਕਾਂ ਦੀ ਮਾਲਕ ਆਪ ਸਹਾਈ ਹੋ ਕੇ ਰੱਖ ਲਈ ਸੇਵਕਾਂ ਦੀ ਮਾਲਕ ਆਪ ਸਹਾਈ ਹੋ ਕੇ ਰੱਖ ਲਈ ਸੇਵਕਾਂ ਦੀ ਮਾਲਕ ਆਪ ਸਹਾਈ ਹੋ ਕੇ ਰੱਖ ਲਈ ਸੇਵਕਾਂ ਦੀ ਮਾਲਕ ਆਪ ਸਹਾਈ ਹੋ ਕੇ ਪੈਜ ਰੱਖ ਲਈ ਸੇਵਕਾਂ ਦੀ ਮਾਲਕ ਆਪ ਸਹਾਈ ਹੋ ਕੇ ਰੱਖ ਲਈ ਸੇਵਕਾਂ ਦੀ ਮਾਲਕ ਆਪ ਸਹਾਈ ਹੋ ਕੇ ਰੱਖ ਲਈ ਸੇਵਕਾਂ ਦੀ ਮਾਲਕ ਆਪ ਸਹਾਈ ਹੋ ਕੇ ਲਈ ਸੇਵਕਾਂ ਦੀ ਮਾਲਕ ਆਪ ਸਹਾਈ ਹੋ ਕੇ ਪੈਨ ਰੱਖ ਲਈ ਸੇਵਕਾਂ ਦੀ ਮਾਲਕ ਆਪ ਸਹਾਈ ਹੋ ਕੇ ਰੱਖ ਲਈ ਸੇਵਕਾਂ ਦੀ ਮਾਲਕ ਆਪ ਸਹਾਈ ਹੋ ਕੇ 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 ਪੈਜ ਰੱਖ ਲਈ ਸੇਵਕਾਂ ਦੀ ਸਤਿਗੁਰ ਆਪ ਸਹਾਈ ਹੋ ਕੇ ਰੱਖ ਲਈ ਸੇਵਕਾਂ ਦੀ ਮਾਲਕ ਆਪ ਸਹਾਈ ਹੋ ਕੇ ਰੱਖ ਲਈ ਸੇਵਕਾਂ ਦੀ ਮਾਲਕ ਆਪ ਸਹਾਈ ਹੋ ਕੇ ਰੱਖ ਲਈ ਸੇਵਕਾਂ ਦੀ ਸਤਿਗੁਰੂ ਆਪ ਸਹਾਈ ਹੋ ਕੇ ਰੱਖ ਲਈ ਸੇਵਕਾਂ ਦੀ ਮਾਲਕ ਆਪ ਸਹਾਈ ਹੋ ਕੇ ਰੱਖ ਲਈ ਸੇਵਕਾਂ ਦੀ ਮਾਲਕ ਆਪ ਸਹਾਈ ਹੋ ਕੇ ਵਾਹਿਗੁਰੂ 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 ਜਪੋ ਵਾਹਿਗੁਰੂ 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 ਜਪੋ ਵਾਹਿਗੁਰੂ 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 ਨਾਮ ਜਹਾਜ ਹੈ ਸੋਗੜੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਔਰ ਨਵਾਜੀ ਗੁਰੂ ਰੂਪ ਸਤ ਸੰਗਤ ਜੀਓ, आओ जितने भी माई भाई ये रात्रि दे समय विच अपनियां नींदरां दा त्याग करते होए
ਕਾਫੀ ਸਮੇਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਦੀ ਜੋਤ ਨਾਮ ਬਾਣੀ ਕੇ ਬੋਹਿਤ ਗੁਰਤਾ ਗੱਦੀ ਤੇ ਬਿਰਾਜਮਾਨ ਚਬਰ ਤਖਤ ਛਤਰ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ, ਜਿਵੇਂ ਕਿ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਸਤਿਗੁਰੂ ਜੀ ਦੀ ਅਪਾਰ ਕਿਰਪਾ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸਮੂਹ ਇਲਾਕੇ ਦੀ ਸੰਗਤ ਦੇ ਸੰਯੋਗ ਦਾ ਸਦਕਾ, ਇਹ ਨਗਰ ਦੀ ਸੰਗਤ ਦੇ ਸੰਯੋਗ ਦਾ ਸਦਕਾ ਮਹਾਨ ਉਦਮ ਉਪਰਾਲਾ ਕੀਤਾ ਸ੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਹੁਣਾਂ ਨੇ। ਸਤਿਗੁਰੂ ਜੀ ਦਾ ਓਟ ਆਸਰਾ ਲੈ ਕਰਕੇ ਜੋ ਇਹ ਮਹਾਨ ਗੁਰਮਤ ਸਮਾਗਮ, ਸਾਲਾਨਾ ਗੁਰਮਤ ਸਮਾਗਮ, ਜਿੱਥੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨ ਵਾਸਤੇ ਉਪਰਾਲੇ ਕੀਤੇ ਜਾਂਦੇ ਨੇ, ਉੱਥੇ ਨਾਲ ਦੀ ਨਾਲ ਜੋ ਦੇਸ਼ ਕੌਮ ਦੀ ਬਹੁਤ ਵੱਡੀ ਸੇਵਾ, ਮਹਾਨ ਸੇਵਾ, ਕਈ ਲੋੜਵੰਦ ਬੱਚੀਆਂ ਦੇ ਆਨੰਦ ਕਾਰਜਾਂ ਦੀ ਸੇਵਾ ਵੀ ਮਹਾਂਪੁਰਖ ਨਾਲ ਕਰ ਰਹੇ ਨੇ। ਇਹ ਸਾਰਾ ਆਪ ਸੰਗਤਾਂ ਦੇ ਸੰਯੋਗ ਦੇ ਨਾਲ ਹੀ ਚੱਲਦਾ। ਸੋ ਆਓ ਦਾਸ ਨੇ ਵੀ ਜੋ ਕੀਰਤਨ ਦੀ ਆਰੰਭਤਾ ਕੀਤੀ, ਸਤਿਗੁਰੂ ਅੱਗੇ ਬੇਨਤੀ ਕੀਤੀ, ਮਾਲਕ ਜੀ ਇਹ ਮਹਾਂਪੁਰਖਾਂ ਨੇ ਬਹੁਤ ਵੱਡਾ ਕਾਰਜ ਆਰੰਭ ਕੀਤਾ ਤੁਹਾਡੀ ਕਿਰਪਾ ਦੇ ਨਾਲ, ਤੇ ਮੈਂ ਵੀ ਜਥੇ ਸਮੇਤ ਅਰਦਾਸ ਕੀਤੀ, ਤੁਸੀਂ ਵੀ ਕਰਕੇ ਜਾਇਓ ਕਿ ਸਤਿਗੁਰੂ ਜੀ ਕੀਤਾ ਲੋੜੀਏ ਕੰਮ ਸੁਹਰਪੈ ਆਖੀਐ। ਆਪਣੇ ਮਾਲਕ ਨੂੰ ਬੇਨਤੀ ਕਰਕੇ ਜਾਇਓ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਕੇ ਜਾਇਓ। ਕੀ ਕਹਿਣਾ ਸਤਿਗੁਰਾਂ ਨੂੰ? ਕੀਤਾ ਲੋੜੀਏ ਕੰਮ ਸੁਹਰਪੈ ਆਖੀਐ, ਕਾਰਜ ਦੇਹੋ ਸਵਾਰ। ਕਿ ਸਤਿਗੁਰੂ ਕਿਰਪਾ ਕਰੋ, ਕਾਰਜ ਆਪ ਸਵਾਰਨੇ। ਕਿਉਂਕਿ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਨਾ, ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ। ਜਦੋਂ ਪੂਰੇ ਗੁਰੂ ਦੀ ਕਿਰਪਾ ਹੁੰਦੀ ਹੈ, ਜਿਵੇਂ ਮੇਰੇ ਤੋਂ ਪਹਿਲਾਂ ਅਤੀ ਸਤਿਕਾਰਯੋਗ ਸਾਡੇ ਸਾਧੂਆਂ ਦੀ ਦੁਨੀਆ ਵਿੱਚੋਂ, ਮਹਾਂਪੁਰਸ਼ਾਂ ਵਿੱਚੋਂ ਸ਼੍ਰੋਮਣੀ ਕਮਾਈ ਵਾਲੇ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਇਹ ਸ਼ਬਦ ਦੀ ਆਪ ਜੀ ਨਾਲ ਵਿਚਾਰ ਸਾਂਝ ਪਾਈ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ। ਸੋ ਆਓ, ਮੇਰੇ ਤੋਂ ਪਹਿਲਾਂ ਮਹਾਂਪੁਰਖਾਂ ਨੇ ਬਹੁਤ ਸੁਚੱਜੇ ਢੰਗ ਦੇ ਨਾਲ ਆਪ ਜੀਆਂ ਨੂੰ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜਨਾ ਕੀਤਾ। ਕੁਝ ਕੁ ਸਮਾਂ ਹੁਕਮ ਹੋਇਆ ਮਹਾਂਪੁਰਖਾਂ ਵੱਲੋਂ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ, ਸਤਿਗੁਰੂ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ। ਸੋ ਆਓ, ਜਿੰਨੀ ਵੀ ਸੰਗਤ ਆਪ ਜੀ ਗੁਰੂ ਦਰਬਾਰ ਦੀ ਹਾਜ਼ਰੀ ਭਰਨ ਵਾਸਤੇ ਦੂਰੋਂ ਨੇੜਿਓਂ ਚੱਲ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹੋ। ਆਓ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ, ਪੁੱਤਰਾਂ ਦੇ ਦਾਨੀ, ਸਰਬੰਸ ਦਾਨੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਬਖਸ਼ੀ ਹੋਈ ਫਤਿਹ ਇੱਕ ਵਾਰੀ ਸਾਰੀ ਸੰਗਤ ਰਸਨਾ ਤੇ ਲਿਆ ਕਰਕੇ ਰਸਨਾ ਪਵਿੱਤਰ ਕਰੋ। ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਾਲਕ ਨੇ ਕਿਰਪਾ ਕੀਤੀ ਹੈ, ਸਤਿਗੁਰੂ ਜੀ ਦਾ ਓਟ ਆਸਰਾ ਲੈ ਕੇ ਮਹਾਂਪੁਰਖਾਂ ਨੇ ਇਹ ਬਹੁਤ ਵੱਡਾ ਸਮਾਗਮ ਆਰੰਭ ਕੀਤਾ ਹੈ, ਜਿੱਥੇ ਨਾਮ ਬਾਣੀ ਨਾਲ ਸੰਗਤਾਂ ਨੂੰ ਜੋੜ ਰਹੇ ਨੇ, ਉੱਥੇ ਗਰੀਬ ਬੱਚੀਆਂ ਦੇ ਆਨੰਦ ਕਾਰਜਾਂ ਦੀ ਇਹ ਮਹਾਨ ਸੇਵਾ। ਸੋ ਮੈਂ ਜਿਹੜਾ ਪ੍ਰਕਰਨ ਆਪ ਜੀ ਨਾਲ ਸਾਂਝ ਪਾਉਣਾ ਵੀ ਜਿਹੜਾ ਇਹ ਮਹਾਂਪੁਰਖਾਂ ਨੇ ਉਪਰਾਲਾ ਕੀਤਾ ਹੈ, ਗਰੀਬਾਂ ਦੀ ਬਾਹ ਫੜਨੀ। ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਦੇ ਸਮੇਂ ਵੀ ਐਸਾ ਇਤਿਹਾਸ ਵਿੱਚ ਕਈ ਦਲੀਲਾਂ, ਕਈ ਟੂਕ ਮਾਤਰ ਐਸਾ ਇਤਿਹਾਸ ਆਉਂਦਾ ਹੈ ਕਿ ਪਿਆਰਿਓ, ਸਤਿਗੁਰਾਂ ਨੇ ਆਪ ਵੀ ਗਰੀਬ ਗਰਬੇ ਦੀ ਬਾਹ ਫੜੀ ਹੈ।
ਇਹ ਜਿਹੜਾ ਮਹਾਂਪੁਰਖਾਂ ਨੇ ਉਪਰਾਲਾ ਕੀਤਾ ਨਾ ਸਾਧ ਸੰਗਤ ਜੀ, ਮੈਂ ਉਹੀ ਬੇਨਤੀ ਆਪ ਜੀ ਦੇ ਚਰਨਾਂ 'ਚ ਕਰਨੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਪ ਜਦੋਂ ਕਿਸੇ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੈਂ ਗਰੀਬ ਆ, ਮੇਰੀ ਧੀ ਵਿਆਹੁਣ ਵਾਲੀ ਹੈ, ਖਤਨਾਮ ਸ੍ਰੀ ਵਾਹਿਗੁਰੂ, ਮੈਂ ਕੇਵਲ ਬੇਨਤੀ ਇੰਨੀ ਕਰਨੀ ਚਾਹੁੰਦਾ, ਅਰਦਾਸ ਕਰਿਓ, ਇਹ ਕਾਰਜ ਬਹੁਤ ਵੱਡਾ ਕਾਰਜ ਹੈ। ਸਾਰੇ ਸੰਯੋਗ ਦਿਓ ਮਹਾਂਪੁਰਖਾਂ ਨੂੰ, ਸਾਧ ਸੰਗਤ ਰਲ ਮਿਲ ਕੇ ਇਹ ਕਾਰਜ ਕਰੋ, ਸਾਰੇ ਆਪਣਾ ਹਿੱਸਾ ਪਾਓ, ਸੇਵਾ ਪਾਓ, ਜਿੰਨੀ ਹੋ ਸਕਦੀ ਹੈ ਮਹਾਂਪੁਰਖਾਂ ਦੇ ਨਾਲ ਸਾਥ ਦਿਓ, ਕਿਉਂਕਿ ਇਹ ਜਿਹੜਾ ਕਾਰਜ ਹੈ ਬਹੁਤ ਵੱਡਾ ਕਾਰਜ ਹੈ। ਸੁਣਿਓ ਧਿਆਨ ਨਾਲ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ, ਇਤਿਹਾਸ ਪੜ੍ਹੀਏ, ਇਤਿਹਾਸ ਵਿੱਚ ਇਤਿਹਾਸ ਗਵਾਹੀ ਦਿੰਦਾ ਹੈ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਸਮੇਂ ਇੱਕ ਭਾਈ ਗੰਗਦਾਸ ਜੀ ਹੋਏ ਆ। ਸੁਣੋ ਹੁਣ ਬੇਨਤੀ, ਮੈਂ ਇਹ ਸਾਖੀ ਵਿੱਚੋਂ ਦੋਨੇ ਦਲੀਲਾਂ ਆਪ ਜੀ ਅੱਗੇ ਰੱਖਣੀਆਂ ਕਿ ਸਤਿਗੁਰੂ ਹੋਏ ਦਿਆਲ, ਮਾਲਕ ਦਿਆਲਤਾ ਦੇ ਘਰ 'ਚ ਆ ਜੇ ਕਿਵੇਂ ਤਕਦੀਰਾਂ ਬਦਲ ਦਿੰਦਾ ਹੈ। ਤੇ ਜੇ ਸੇਵਕ ਦਾਤ ਲੈ ਕੇ ਮੁਨਕਰ ਹੋ ਜੇ ਤੇ ਫਿਰ ਪਿਆਰਿਓ ਪੈਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੈਖਾਰੀ। ਸੁਣਿਓ ਧਿਆਨ ਨਾਲ, ਇਹਦੇ ਵਿੱਚੋਂ ਦੋਵੇਂ ਦਲੀਲਾਂ ਮਿਲਣਗੀਆਂ। ਗਰੀਬ ਦੀ ਧੀ ਦੇ ਵਿਆਹ ਦੇ ਕਾਰਜ ਦੀ ਵਿੱਚ ਵੀ ਬੇਨਤੀ ਆਏਗੀ। ਸੁਣਿਓ, ਮੈਂ ਗੱਲ ਥੋੜੀ ਜੀ ਸੰਖੇਪ ਚ ਕਰਨੀ ਚਾਹੁੰਦਾ, ਕਿਉਂਕਿ ਮਹਾਂਪੁਰਖਾਂ ਨੇ ਸਮਾਂ ਲਾਉਣਾ। ਸੰਤ ਬਾਬਾ ਬਲਵਿੰਦਰ ਸਿੰਘ ਜੀ ਹੋਣਾ ਨੇ, ਜਿਨ੍ਹਾਂ ਨੇ ਇਹ ਸਾਰਾ ਸਮਾਗਮ, ਵੇਖੋ ਕੱਲ ਦਾ ਕਿੱਡਾ ਵੱਡਾ ਪ੍ਰੋਗਰਾਮ ਹੈ, ਪਰ ਮੈਂ ਕੇਵਲ ਤੁਹਾਡਾ ਉਤਸ਼ਾਹ ਬਣੇ, ਤੁਹਾਡੇ ਅੰਦਰ ਸ਼ਰਧਾ ਬਣੇ, ਤੁਹਾਡੇ ਅੰਦਰ ਵੀ ਇਹ ਪਰਉਪਕਾਰ ਦੀ ਕੋਈ ਲਹਿਰ ਜਾਗੇ ਕਿ ਜਿੱਥੇ ਮਹਾਂਪੁਰਖ ਐਡਾ ਵੱਡਾ ਉਪਰਾਲਾ ਕਰ ਰਹੇ, ਆਪਾਂ ਵੀ ਹਿੱਸਾ ਪਾਈਏ। ਚਾਹੇ 100 ਰੁਪਈਆ ਹੀ ਪਾਇਆ ਨਾ ਤਾਂ ਵੀ ਤੇਰਾ ਨਾਂ ਆ ਜਾਣਾ। ਜੇ ਕਿਸੇ ਨੇ ਇੱਕ ਬਿਸਤਰਾ ਹੀ ਲੈ ਦਿੱਤਾ, ਕਿਸੇ ਨੇ ਇੱਕ ਪੇਟੀ ਲੈ ਦਿੱਤੀ, ਕਿਸੇ ਨੇ ਗੁਰਮੁਖੋ ਇੱਕ ਸੂਟ ਹੀ ਦੇ ਦਿੱਤਾ ਕਿਸੇ ਗਰੀਬ ਦੀ ਧੀ ਲਈ, ਤਾਂ ਵੀ ਤੇਰਾ ਹਿੱਸਾ ਪੈ ਜਾਣਾ। ਵਿਆਹ ਤੇ ਇੱਕ ਸੂਟ ਨਾਲ ਨਹੀਂ ਹੋਣਾ, ਵਿਆਹ ਤੇ ਮਹਾਂਪੁਰਖਾਂ ਨੇ ਕਰ ਹੀ ਦੇਣਾ, ਪਰ ਤੇਰਾ ਨਾਮ ਹੀ ਇਸ ਪਰਉਪਕਾਰ ਚ ਆ ਜਾਏਗਾ। ਖਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਇੱਕ ਵਾਰੀ ਜੰਗਲ ਨੂੰ ਅੱਗ ਲੱਗ ਗਈ, ਧਿਆਨ ਦਿਓ, ਇੱਕ ਵਾਰੀ ਜੰਗਲ ਨੂੰ ਅੱਗ ਲੱਗ ਗਈ, ਚਿੜੀ ਚੁੰਝ ਭਰ ਭਰ ਕੇ ਪਾਣੀ ਦੇ ਪਾਉਣ ਲੱਗ ਪਈ। ਜਦੋਂ ਚਿੜੀ ਚੁੰਝ ਭਰ ਭਰ ਕੇ ਪਾਣੀ ਦੇ ਪਾਉਂਦੀ ਹੈ ਨਾ, ਤੇ ਆਪ ਜੀ ਨੂੰ ਪਤਾ ਹੀ ਹੈ ਚਿੜੀ ਦੀ ਚੁੰਝ ਕਿੱਡੀ ਕੁ ਵੱਡੀ ਹੁੰਦੀ ਵਿਚਾਰੀ ਦੀ। ਉਹ ਨਿੱਕੀ ਜੀ ਚੁੰਝ ਕਿਤੇ ਬੂੰਦ ਪਾਣੀ ਦੀ ਪਵੇ, ਅੱਗ ਕਿੱਥੇ ਬੁਝੇ। ਧਿਆਨ ਦਿਓ, ਸਾਡੇ ਤੇ ਗੱਲ ਆਉਣੀ ਹੈ ਇਹ, ਧਿਆਨ ਦਿਓ, ਮੇਰੀ ਬੇਨਤੀ ਧਿਆਨ ਨਾਲ ਸੁਣਿਓ। ਜਿਨ੍ਹਾਂ ਨੇ 100 ਰੁਪਈਆ ਵੀ ਮਹਾਂਪੁਰਖਾਂ ਨੂੰ ਸੇਵਾ ਦਿੱਤੀ, ਉਹਨਾਂ ਦਾ ਵੀ ਨਾਂ ਆਏਗਾ। ਸੁਣਿਓ, ਕਹਿੰਦੇ ਜਿਸ ਵੇਲੇ ਚਿੜੀ ਚੁੰਝ ਭਰ ਭਰ ਕੇ ਪਾਣੀ ਦੇ ਪਾਉਂਦੀ ਹੈ ਨਾ, ਤੇ ਕਿਸੇ ਨੇ ਆਵਾਜ਼ ਦੇ ਕੇ ਕਿਹਾ, ਉਹ ਚਿੜੀਏ ਤੇਰੀ ਚੁੰਝ ਬੜੀ ਛੋਟੀ ਆ, ਤੇਰੀ ਚੁੰਝ ਬੜੀ ਛੋਟੀ ਆ, ਅੱਗ ਇੰਨੀ ਮੱਚੀ ਹੋਈ ਆ, ਤੇਰੀ ਚੁੰਝ ਨਾਲ ਅੱਗ ਨਹੀਂ ਬੁਝਣੀ, ਤੇਰੀ ਚੁੰਝ ਨਾਲ ਕਿਤੇ ਅੱਗ ਬੁਝਣ ਲੱਗੀ ਐ, ਐਵੇਂ ਖੰਭ ਖਵਾਈ ਜਾਨੀ ਐ, ਬਹਿ ਜਾ ਤੂੰ ਵੀ ਆਰਾਮ ਨਾਲ। ਅੱਗੋਂ ਚਿੜੀ ਹੱਸ ਕੇ ਕਹਿੰਦੀ, ਗੱਲ ਸੁਣ ਲੈ, ਪਤਾ ਮੈਨੂੰ ਵੀ ਆ ਕਿ ਮੇਰੀ ਚੁੰਝ ਨਾਲ ਅੱਗ ਨਹੀਂ ਬੁਝਣੀ, ਪਤਾ ਮੈਨੂੰ ਵੀ ਆ ਮੇਰੀ ਚੁੰਝ ਨਾਲ ਅੱਗ ਨਹੀਂ ਬੁਝਣੀ। ਉਹ ਸਵਾਲ ਕਰਨ ਵਾਲਾ ਕਹਿੰਦਾ, ਫਿਰ ਕਿਉਂ ਖੰਭ ਖਵਾਈ ਜਾਨੀ, ਕਿਉਂ ਐਵੇਂ ਭੱਜ ਭੱਜ ਕੇ ਚੁੰਝਾਂ ਭਰ ਭਰ ਕੇ ਪਾਉਣੀ ਆ, ਜਦੋਂ ਤੈਨੂੰ ਵੀ ਪਤਾ ਵੀ ਤੈਨੂੰ ਵਾਹਿਗੁਰੂ ਨੇ ਚੁੰਝ ਬੜੀ ਛੋਟੀ ਦਿੱਤੀ, ਇਹਦੇ ਨਾਲ ਤੇਰੇ ਕੋ ਅੱਗ ਨਹੀਂ ਬੁਝਣੀ, ਫਿਰ ਕਿਉਂ ਐਵੇਂ ਖੰਭ ਖਵਾਈ ਜਾਨੀ ਆ। ਤੇ ਉਸ ਵੇਲੇ ਪਿਆਰਿਓ, ਉਸ ਚਿੜੀ ਨੇ ਜਿਹੜਾ ਜਵਾਬ ਦਿੱਤਾ, ਬੜੀ ਕਮਾਲ ਦੀ ਗੱਲ, ਕਹਿਣ ਲੱਗੀ, ਗੱਲ ਸੁਣ ਲੈ, ਮੈਂ ਖੰਭ ਕਿਉਂ ਖਵਾ ਰਹੀ ਆ, ਇਸ ਕਰਕੇ ਖਵਾਉਂਦੀ ਪਈ ਆ ਖੰਭ ਕਿ ਜਦੋਂ ਰੱਬ ਦੀ ਦਰਗਾਹ 'ਚ ਜਾਵਾਂਗੇ, ਉੱਥੇ ਅੱਗ ਲਾਉਣ ਵਾਲੇ ਵੀ ਹੋਣਗੇ, ਉੱਥੇ ਅੱਗ ਲਾਉਣ ਵਾਲਿਆਂ ਦੀ ਗਿਣਤੀ ਵੀ ਹੋਏਗੀ, ਉੱਥੇ ਅੱਗ ਬੁਝਾਉਣ ਵਾਲਿਆਂ ਦੀ ਗਿਣਤੀ ਵੀ ਹੋਏਗੀ। ਕਹਿੰਦੀ, ਭਾਵੇਂ ਮੇਰੀ ਚੁੰਝ ਨਾਲ ਅੱਗ ਨਹੀਂ ਬੁਝੀ, ਭਾਵੇਂ ਮੇਰੀ ਚੁੰਝ ਨਾਲ ਅੱਗ ਨਹੀਂ ਬੁਝੀ, ਪਰ ਮੇਰੀ ਗਿਣਤੀ ਤਾਂ ਅੱਗ ਬੁਝਾਉਣ ਵਾਲਿਆਂ ਚ ਆ ਜਾਊਗਾ। ਖਤਨਾਮ ਸ੍ਰੀ ਵਾਹਿਗੁਰੂ। ਉਸ ਮਾਲਕ ਦੇ ਦਰ ਤੇ ਮੇਰੀ ਗਿਣਤੀ ਤਾਂ ਪਰਉਪਕਾਰੀਆਂ ਚ ਆ ਜਾਏਗੀ। ਧਿਆਨ ਦਿਓ, ਸੰਤ ਬਾਬਾ ਬਲਵਿੰਦਰ ਸਿੰਘ ਜੀ ਹੁਣਾਂ ਨੇ
ਜਿਹੜਾ ਆ ਮਹਾਨ ਉਪਰਾਲਾ ਕੀਤਾ ਗੁਰਮਖੋ ਰੱਬ ਦੇ ਦਰ ਤੇ ਜਦੋਂ ਗਿਣਤੀ ਹੋਊਗੀ ਕਲਯੁਗ ਦਾ ਸਮਾਂ, ਕਲਯੁਗ ਦੀ ਭਿਆਨਕ ਅੱਗ ਲੱਗੀ ਹੋਈ ਹੈ। ਇੱਥੇ ਗਰਭ ਵਿੱਚ ਧੀਆਂ ਮਾਰਨ ਵਾਲਿਆਂ ਦੀ ਗਿਣਤੀ ਵੀ ਆ, ਉੱਥੇ ਉਹ ਵੀ ਪਹੁੰਚਣਗੇ ਜਿਹੜੇ ਧੀਆਂ ਗਰਭ 'ਚ ਮਾਰਦੇ ਨੇ। ਉੱਥੇ ਉਹ ਵੀ ਹੋਣਗੇ ਜਿਨ੍ਹਾਂ ਨੇ ਧੀਆਂ ਦਾਜ ਕਰਕੇ ਮਾਰੀਆਂ। ਉੱਥੇ ਉਹ ਵੀ ਹੋਣਗੇ ਜਿਹੜੇ ਗਰੀਬਾਂ ਦੀਆਂ ਧੀਆਂ ਨੂੰ ਉਛਾਲਦੇ ਨੇ। ਉੱਥੇ ਉਹ ਵੀ ਹੋਣਗੇ ਮਹਾਂਪੁਰਖਾਂ ਵਰਗੇ ਜਿਨ੍ਹਾਂ ਨੇ ਗਰੀਬਾਂ ਧੀਆਂ ਦੀ ਬਾਹ ਫੜੀ ਆ। ਸਤਿਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨੇ ਉਹਨਾਂ ਦੀ ਲਾਜ ਪੱਤ ਰੱਖੀ। ਤੇ ਜੇ ਤੇਰਾ ਇੱਕ ਸੂਟ ਵੀ ਵਿੱਚ ਦੇ ਦਿੱਤਾ ਨਾ, ਤੇਰੀ ਗਿਣਤੀ ਤਾਂ ਉਹਨਾਂ ਚ ਆਜੂ ਭਾਵੇਂ ਤੇਰੇ ਇੱਕ ਸੂਟ ਨਾਲ ਵਿਆਹ ਨਹੀਂ ਹੋਣਾ, ਤੇਰੇ 500 ਨਾਲ ਵਿਆਹ ਨਹੀਂ ਹੋਣਾ, 100 ਨਾਲ ਵਿਆਹ ਨਹੀਂ ਹੋਣਾ, ਪਰ ਤੇਰੀ ਗਿਣਤੀ 1 ਰੁਪਈਏ ਨਾਲ ਵੀ ਆ ਜਾਏਗੀ ਕਿ ਐਡਾ ਵੱਡਾ ਪਰਉਪਕਾਰ ਦੇ ਵਿੱਚ ਤੂੰ ਵੀ ਹਿੱਸਾ ਪਾਇਆ। ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਕਹਿੰਦੇ ਭਾਈ ਜਿਨ੍ਹਾਂ ਨੇ ਰਲ ਮਿਲ ਕੇ ਸੇਵਾ ਕੀਤੀ, ਕਿਉਂ? ਇਹ ਤਾਂ ਸਾਡੇ ਗੁਰੂ ਦਾ ਹੁਕਮ ਹੈ। ਸਤਿਗੁਰੂ ਕਹਿੰਦੇ ਨੇ ਮੂੰਹ ਗਰੀਬ ਦਾ ਗੁਰੂ ਦੀ ਗੋਲਕ ਹੁੰਦੀ ਹੈ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਹੈ। ਸੇਵਾ ਕਰ ਲੋ ਭਾਗਾਂ ਵਾਲਿਓ, ਗਰੀਬ ਦਾ ਗੁਰੂ ਦੀ ਗੋਲਕ ਹੁੰਦੀ ਹੈ। ਸੇਵਾ ਕਰ ਲੋ ਭਾਗਾਂ ਵਾਲਿਓ, ਗਰੀਬ ਦਾ ਗੁਰੂ ਦੀ ਗੋਲਕ ਹੁੰਦੀ ਹੈ। ਸੇਵਾ ਕਰ ਲੋ ਭਾਗਾਂ ਵਾਲਿਓ, ਗਰੀਬ ਦਾ ਗੁਰੂ ਦੀ ਗੋਲਕ ਹੁੰਦੀ ਹੈ। ਸੇਵਾ ਕਰ ਲੋ ਭਾਗਾਂ ਗੁਰੂ ਦੀ ਗੋਲਕ ਹੁੰਦੀ ਹੈ। ਸੇਵਾ ਕਰ ਲੋ ਭਾਗਾਂ ਵਾਲਿਓ, ਉਹ ਗਰੀਬ ਦਾ ਗੁਰੂ ਦੀ ਗੋਲਕ ਹੁੰਦੀ ਹੈ। ਸੇਵਾ ਕਰ ਲੋ ਭਾਗਾਂ ਵਾਲਿਓ, ਗਰੀਬ ਦਾ ਗੁਰੂ ਦੀ ਗੋਲਕ ਹੁੰਦੀ ਹੈ। ਗੁਰੂ ਦੀ ਗੋਲਕ ਹੁੰਦੀ ਹੈ। ਸੇਵਾ ਕਰ ਲੋ ਭਾਗਾਂ ਵਾਲਿਓ, ਗਰੀਬ ਦਾ ਗੁਰੂ ਦੀ ਗੋਲਕ ਹੁੰਦੀ ਹੈ। ਸੇਵਾ ਕਰ ਲੋ ਭਾਗਾਂ ਵਾਲਿਓ, ਗਰੀਬ ਦਾ ਗੁਰੂ ਦੀ ਗੋਲਕ ਹੁੰਦੀ ਹੈ। ਸੇਵਾ ਕਰ ਲੋ ਭਾਗਾਂ ਵਾਲਿਓ, ਤੂੰ ਗਰੀਬ ਦਾ ਗੁਰੂ ਦੀ ਗੋਲਕ ਹੁੰਦੀ ਹੈ। ਸੇਵਾ ਕਰ ਲੋ ਭਾਗਾਂ ਵਾਲਿਓ, ਗਰੀਬ ਦਾ ਗੁਰੂ ਦੀ ਗੋਲਕ ਹੁੰਦੀ ਹੈ। ਸੇਵਾ ਕਰ ਲੋ ਭਾਗਾਂ ਵਾਲਿਓ, ਤੂੰ ਗਰੀਬ ਦਾ ਗੁਰੂ ਦੀ ਗੋਲਕ ਹੁੰਦੀ ਹੈ। ਸੇਵਾ ਕਰ ਲੋ ਭਾਗਾਂ ਵਾਲਿਓ।
ਧਿਆਨ ਦਿਓ ਮੇਰੀ ਬੇਨਤੀ ਤੇ। ਮੇਰੇ ਕਹਿਣ ਤੋਂ ਭਾਵ ਸਤਿਗੁਰਾਂ ਦਾ ਬਚਨ ਹੈ, ਗਰੀਬ ਦਾ ਮੂੰਹ ਗੁਰੂ ਕੀ ਗੋਲਕ। ਵੇਖੋ ਮਹਾਂਪੁਰਖਾਂ ਕੋਲ ਕਿੰਨੀਆਂ ਬੱਚੀਆਂ ਗਰੀਬ ਆਉਂਦੇ, ਮਾਪੇ ਆਉਂਦੇ ਆ ਜਿਹੜੇ ਕਹਿੰਦੇ ਹੁਣੇ ਬਾਬਾ ਜੀ ਅਸੀਂ ਧੀ ਦਾ ਵਿਆਹ ਨਹੀਂ ਕਰ ਸਕਦੇ, ਅਸੀਂ ਬੜੇ ਗਰੀਬ ਆ। ਤੇ ਮਹਾਂਪੁਰਖਾਂ ਦਾ ਕੋਈ ਸੰਸਾਰੀ ਰਿਸ਼ਤਾ ਨਹੀਂ ਉਹਨਾਂ ਦੇ ਨਾਲ, ਕੋਈ ਖੂਨ ਦਾ ਰਿਸ਼ਤਾ ਨਹੀਂ, ਕੋਈ ਰਿਸ਼ਤੇਦਾਰੀ ਨਹੀਂ। ਇਹਨੂੰ ਕਹਿੰਦੇ ਆ ਪਰ ਉਪਕਾਰ ਤੇਰੇ ਜਨ ਪਰ ਉਪਕਾਰੀ ਆਏ। ਆਓ ਮੇਰੀ ਬੇਨਤੀ ਜਿਹੜੀ ਮੈਂ ਆਪ ਜੀ ਦੇ ਚਰਨਾਂ 'ਚ ਕਰਨੀ ਚਾਹੁੰਦਾ ਕਿ ਸਾਡੇ ਅੰਦਰ ਵੀ ਉਤਸ਼ਾਹ ਬਣੇ, ਸਾਡੇ ਅੰਦਰ ਵੀ ਸੇਵਾ ਦੀ ਭਾਵਨਾ ਜਾਗੇ। ਇੱਥੇ ਸੇਵਾ ਕਰੋ, ਕਿਤੇ ਤੁਹਾਨੂੰ ਗਰੀਬ ਕੋਈ ਮਿਲ ਜਾਏ ਐ ਸੋਚੀ ਇਹ ਗੁਰੂ ਕੇ ਗੱਲੇ 'ਚ ਹੀ ਪਾਉਣ ਲੱਗਾ ਖਤਨਾਮ ਸ੍ਰੀ ਵਾਹਿਗੁਰੂ। ਟਿੱਚਰ ਨਾ ਕਰੀ, ਮਜ਼ਾਕ ਨਾ ਕਰੀ। ਉਹ ਗਰੀਬ ਨੂੰ ਦਿੱਤਾ ਦਾਨ ਕਈ ਗੁਣਾ ਫਲਦਾ ਹੀ, ਤੇ ਜਿੰਨੇ ਗਰੀਬ ਨੂੰ ਧੱਕੇ ਮਾਰੇ ਉਹ ਕਿਵੇਂ ਰੁਲਦਾ ਹੀ। ਧਿਆਨ ਨਾਲ ਸੁਣੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਧੰਨ ਗੁਰੂ ਅਮਰਦਾਸ ਦੇ ਸਮੇਂ ਇੱਕ ਭਾਈ ਗੰਗਦਾਸ ਹੋਇਆ, ਬੜਾ ਗਰੀਬ ਸੀ, ਬੜਾ ਗਰੀਬ ਸੀ, ਬੜਾ ਗਰੀਬ ਸੀ। ਕਿਸੇ ਨੇ ਕਿਹਾ ਉਹ ਗੁਰੂ ਅਮਰਦਾਸ ਦੇ ਚਰਨਾਂ 'ਚ ਜਾ। ਜਿਵੇਂ ਬਾਬਾ ਜੀ ਧਾਰਨਾ ਪੜ੍ਹ ਰਹੇ ਸੀ, ਸਤਿਗੁਰ ਹੋਏ ਦਿਆਲ। ਜਦੋਂ ਮਾਲਕ ਦਿਆਲਤਾ ਦੇ ਘਰ 'ਚ ਆਉਂਦਾ ਨਾ, ਉਦੋਂ ਫਿਰ ਤਕਦੀਰਾਂ ਬਦਲ ਜਾਂਦੀਆਂ। ਮੈਂ ਸੰਖੇਪ 'ਚ ਟੂਕ ਮਾਤਰ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਚਰਨਾਂ 'ਚ ਕਿ ਅੱਜ ਸੰਤ ਬਾਬਾ ਬਲਵਿੰਦਰ ਸਿੰਘ ਜੀ ਹੁਣੇ ਵੱਡਾ ਪਰਉਪਕਾਰ ਕੀਤਾ, ਤੇ ਸਾਡੇ ਗੁਰੂ ਸਾਹਿਬਾਨ ਵੀ ਗਰੀਬਾਂ ਦੀ ਕਿਵੇਂ ਬਾਹ ਫੜਦੇ ਆਏ ਆ। ਅੱਜ ਜਿਹੜੇ ਮਹਾਂਪੁਰਖਾਂ ਨਾਲ ਲੱਗ ਕੇ ਇਹ ਪਰਉਪਕਾਰ ਕਰਨਗੇ, ਉਹਨਾਂ ਤੇ ਵੀ ਸਤਿਗੁਰੂ ਖੁਸ਼ੀਆਂ ਦੇਣਗੇ, ਉਹਨਾਂ ਨੂੰ ਵੀ ਖਤਨਾਮ ਸ੍ਰੀ ਵਾਹਿਗੁਰੂ। ਆ ਸੁਣਿਓ ਬਚਨ ਧਿਆਨ ਨਾਲ। ਕਹਿੰਦੇ ਭਾਈ ਗੰਗਦਾਸ ਬੜਾ ਗਰੀਬ ਸੀ, ਗਰੀਬੀ ਦੀਆਂ ਠੋਕਰਾਂ ਖਾਂਦਾ, ਜ਼ਿੰਦਗੀ 'ਚ ਧੱਕੇ ਖਾਂਦਾ, ਧੱਕੇ। ਕਿਸੇ ਨੇ ਦੱਸ ਪਾਈ ਰੋਂਦਾ ਹੈ, ਮੇਰੀ ਕਿਸਮਤ ਨੂੰ ਕੀ ਹੋ ਗਿਆ। ਕਿਸੇ ਨੇ ਕਿਹਾ ਉਹ ਜਾ ਗੁਰੂ ਅਮਰਦਾਸ ਦੇ ਚਰਨਾਂ 'ਚ, ਗੁਰੂ ਨਾਨਕ ਦੇ ਘਰ 'ਚ ਤਕਦੀਰਾਂ ਬਦਲ ਜਾਂਦੀਆਂ ਹੀ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਬਚਨ ਕਰਦੇ ਸੀ, ਨਾਨਸਰ ਕਲੇਰਾਂ ਵਾਲੇ ਉਹ ਤੇਰੇ ਢੈਣ 'ਚ ਦੇਰੀ ਆ, ਗੁਰੂ ਦੇ ਬਖਸ਼ਣ 'ਚ ਦੇਰੀ ਨਹੀਂ। ਇੱਕ ਵਾਰੀ ਸ਼ਰਧਾ ਨਾ ਢਹਿ ਤਾਂ ਸਹੀ, ਆਪਣੇ ਵਾਲ ਕੱਢ ਕੇ ਆ ਤਾਂ ਸਹੀ, ਨਿਮਾਣਾ ਹੋ ਕੇ ਤੇ ਆ। ਜਿਹੜਾ ਨਿਮਾਣਾ ਹੋ ਕੇ ਆਇਆ ਉਹਨੂੰ ਗੁਰੂ ਨਾਨਕ ਨੇ ਗਲ ਨਾ ਲਾ ਲਿਆ। ਬਾਬਾ ਆਨੰਦ ਸਿੰਘ ਜੀ ਕਹਿੰਦੇ ਸੀ ਵਕਾਰੀ ਜਨਮਾਂ ਜਨਮਾਂ ਦਾ ਹੋਵੇ, ਵਕਾਰੀ ਜਨਮਾਂ ਜਨਮਾਂ ਦਾ ਹੋਵੇ। ਇੱਕ ਵਾਰ ਗੁਰੂ ਨਾਨਕ ਦੇ ਚਰਨਾਂ ਤੇ ਕਵੇ ਬਾਬਾ ਮੈਨੂੰ ਬਖਸ਼ ਲਾ। ਕਹਿੰਦੇ ਅੱਖ ਝਮਕਣ ਤੋਂ ਪਹਿਲਾਂ ਗੁਰੂ ਬਖਸ਼ ਦਿੰਦਾ। ਤੂੰ ਕਹਿੰਦਾ ਮੈਂ ਤਾਂ ਮੁਰਗੇ ਖਾਦੇ ਆ, ਇੱਥੇ ਤੇ ਬਾਬੇ ਨਾਨਕ ਨੇ ਉਹ ਬਖਸ਼ ਦਿੱਤੇ ਉਹ ਜਿਨ੍ਹਾਂ ਨੇ ਬੰਦੇ ਤਲਕੇ ਖਾਦੇ ਆ। ਖਤਨਾਮ ਸ੍ਰੀ ਵਾਹਿਗੁਰੂ। ਕੌਡਾ ਸੀ ਜੋ ਕੌਡੀਆਂ ਦਾ ਲੱਖਾਂ ਦਾ ਬਣਾਏ ਦਿੱਤਾ, ਚੋਰ ਮਨ ਹੋਰ ਹੋਇਆ ਰੋਏ ਕੇ ਪੁਕਾਰਿਆ। ਸੱਜਣਾ ਦੇ ਨਾਮ ਹੇਠਾਂ ਠੱਗਿਆ ਜਹਾਨ ਸਾਰਾ, ਠੱਗਿਆ ਗਿਆ ਆਪ ਹੱਥ ਕੰਨਾਂ ਨੂੰ ਲਗਾ ਲਿਆ। ਹੋਈ ਸ਼ਰਮਸਾਰੀ ਸੀ ਜੋ ਬੱਲੀ ਕੰਧਾਰੀ ਤਾਈ, ਇੱਕ ਹੱਥ ਨਾਲ ਜਾਂ ਪਹਾੜੀ ਨੂੰ ਖਿਲਾਰਿਆ। ਉਹ ਕਿਹੜੇ ਕਿਹੜੇ ਦੱਸਾਂ ਜਿਹੜੇ ਕਿਰਤ ਹੀ ਗਰੀਬ ਤਾਰੇ, ਉਵੇਂ ਜਿਵੇਂ ਤਾਰੋ ਜਿਵੇਂ ਲਾਲੋ ਤਾਈ ਤਾਰਿਆ। ਆਹ ਹੈ ਗੁਰੂ ਨਾਨਕ ਦੀ ਸੋਭਾ, ਆਹ ਹੈ ਗੁਰੂ ਨਾਨਕ ਦੀ ਵਡਿਆਈ। ਬਾਬਾ ਆਨੰਦ ਸਿੰਘ ਜੀ ਕਹਿੰਦੇ ਸੀ ਉਹ ਗੁਰੂ ਨਾਨਕ ਨੇ ਇੱਕ ਅੱਖ ਝਮਕਣ ਤੋਂ ਪਹਿਲਾਂ ਬਖਸ਼ ਦਿੱਤੇ। ਆਵੇ ਤੇ ਸਹੀ ਕੋਈ ਭਾਵਨਾ ਬਣਾ ਕੇ, ਆਵੇ ਸਰਦਾ ਬਣਾ ਕੇ। ਕਹਿੰਦੇ ਭਾਈ ਗੰਗਦਾਸ ਗੁਰੂ ਦਰਬਾਰ ਦੀ ਸੋਭਾ ਸੁਣ ਕੇ ਦੁਨੀਆ ਦੇ ਧੱਕੇ ਖਾਂਦਾ ਹੋਇਆ ਗੁਰੂ ਦਰਬਾਰ 'ਚ ਪਹੁੰਚਿਆ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਸ ਵੇਲੇ ਸਤਿਗੁਰਾਂ ਦੇ ਦਰਬਾਰ 'ਚ ਆਇਆ, ਬੜੀ ਗਰੀਬੀ ਸੀ। ਵੇਖਦਾ ਸਤਿਗੁਰਾਂ ਦੇ ਅੱਗੇ ਮਾਇਆ ਦੇ ਢੇਰ ਲੱਗੇ, ਪਦਾਰਥਾਂ ਦੇ ਢੇਰ ਲੱਗੇ, ਅੰਦਰੋਂ ਮਨ ਬਰਾਗੀ ਹੋ ਗਿਆ। ਮਾਲਕ ਅੱਜ ਮੇਰੇ ਕੋਲ ਕੁਝ ਹੁੰਦਾ ਮੈਂ ਵੀ ਭੇਟ ਚੜਾਉਂਦਾ। ਖਤਨਾਮ ਸ੍ਰੀ ਵਾਹਿਗੁਰੂ। ਮੇਰੀ ਤਾਂ ਤਕਦੀਰ ਹੀ ਮਾੜੀ ਹੋ ਗਈ ਆ। ਚਲੋ ਸਤਿਗੁਰਾਂ ਦੇ ਚਰਨਾਂ 'ਚ ਮੱਥਾ ਟੇਕਿਆ। ਗੱਲ ਸੰਖੇਪ 'ਚ ਕਰਨੀ ਚਾਹੁੰਦਾ। ਇੱਕ ਗਰੀਬ ਦੀ ਬਾਹ ਗੁਰੂ ਕਿਵੇਂ ਫੜਦਾ, ਜਿਹੜਾ ਗਰੀਬ ਦੀ ਬਾਹ ਫੜ ਕੇ ਉਹਦੀ ਕੋਈ ਮਦਦ ਕਰਦਾ, ਗੁਰੂ ਦੀ ਖੁਸ਼ੀ ਹੁੰਦੀ ਆ। ਜਿਹੜਾ ਗਰੀਬ ਨੂੰ ਧੱਕੇ ਮਾਰਦਾ, ਸੁਣ ਲਈ ਫਿਰ ਉਹਦਾ ਕੀ ਹਾਲ ਹੁੰਦਾ। ਸੁਣਿਓ ਧਿਆਨ ਨਾਲ। ਕਹਿੰਦੇ ਸਤਿਗੁਰਾਂ ਦੇ ਚਰਨਾਂ 'ਚ ਆਇਆ, ਮੱਥਾ ਟੇਕਿਆ। ਸਿਆਣੀ ਉਮਰ ਸੀ, ਬਸ ਮਨ ਬਰਾਗੀ ਹੋ ਗਿਆ।
ਅੱਖਾਂ ਚੋਂ ਕੋਸੇ ਕੋਸੇ ਹੰਝੂ ਗਿਰ ਕੇ ਗੁਰੂ ਦੇ ਚਰਨਾਂ ਤੇ ਜਾ ਪਏ। ਜਦੋਂ ਸਤਿਗੁਰਾਂ ਦੇ ਚਰਨਾਂ ਤੇ ਰੋ ਕੇ ਇਹਨੇ ਮੱਥਾ ਟੇਕਿਆ, ਅੰਦਰੋਂ ਭੁੱਬ ਨਿਕਲ ਗਈ। ਉਹ ਮਹਾਰਾਜ ਕਹਿੰਦੇ ਉਹ ਕਿਉਂ ਰੋਣਾ? ਕਹਿੰਦਾ ਸੱਚੇ ਪਾਤਸ਼ਾਹ ਮੇਰਾ ਦਰ ਤਾਂ ਗਰੀਬੀਆਂ ਨੂੰ ਮੱਲਿਆ, ਪੱਲੇ ਨਾ ਮੇਰੇ ਕੱਖ ਮਾਲ, ਗਰੀਬੀਆਂ ਨੂੰ ਪੱਲੇ ਨਾ ਮੇਰੇ ਕੱਖ ਹਰ ਤਾਂ ਗਰੀਬੀਆਂ ਨੂੰ ਮੱਲਿਆ, ਪੱਲੇ ਨਾ ਮੇਰੇ ਕੱਖ ਮਾਲਕਾ। ਉਹ ਮੇਰਾ ਦਰ ਤਾਂ ਗਰੀਬੀਆਂ ਨੂੰ ਮੱਲਿਆ, ਪੱਲੇ ਨਾ ਮੇਰੇ ਕੱਖ ਮਾਲਕਾ। ਦਰ ਤਾਂ ਗਰੀਬੀਆਂ ਨੂੰ ਮੱਲਿਆ, ਪੱਲੇ ਨਾ ਮੇਰੇ ਕੱਖ ਮਾਲਕਾ। ਮੇਰਾ ਦਰ ਤਾਂ ਗਰੀਬੀਆਂ ਨੂੰ ਮੱਲਿਆ, ਪੱਲੇ ਨਾ ਮੇਰੇ ਕੱਖ ਮਾਲਕਾ। ਗਰੀਬੀਆਂ ਨੂੰ ਮੱਲਿਆ, ਪੱਲੇ ਨਾ ਮੇਰੇ ਕੱਖ ਮਾਲਕਾ। ਮੇਰਾ ਦਰ ਤਾਂ ਗਰੀਬੀਆਂ ਨੂੰ ਮੱਲਿਆ, ਪੱਲੇ ਨਾ ਮੇਰੇ ਕੱਖ ਮਾਲਕਾ। ਉਹ ਦਰ ਤਾਂ ਗਰੀਬੀਆਂ ਨੂੰ ਮੱਲਿਆ, ਪੱਲੇ ਨਾ ਮੇਰੇ ਕੱਖ ਮਾਲਕਾ। ਮੇਰਾ ਦਰ ਤਾਂ ਗਰੀਬੀਆਂ ਨੂੰ ਮੱਲਿਆ, ਪੱਲੇ ਨਾ ਮੇਰੇ ਕੱਖ ਮਾਲਕਾ। ਗਰੀਬੀ ਦਾ ਸਤਾਇਆ ਹੋਇਆ ਠੋਕਰਾਂ ਖਾ ਕੇ ਗੁਰੂ ਦਰਬਾਰ ਚ ਆਇਆ ਸੀ। ਸੁਣਿਓ ਕਿੱਥੋਂ ਗੁਰੂ ਤਕਦੀਰਾਂ ਬਦਲਦਾ? ਸਤਿਗੁਰ ਹੋਏ ਦਿਆਲ। ਜਦੋਂ ਮਾਲਕ ਦਿਆਲਤਾ ਦੇ ਘਰ ਚ ਆਉਂਦੇ ਕਿਵੇਂ ਤਕਦੀਰਾਂ ਬਦਲ ਦਿੰਦੇ ਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਉਹ ਗੰਗਦਾਸ ਰੋ ਨਾ, ਗਈ ਅਮੀਰੀ ਆਈ ਫਕੀਰੀ ਸੌਦੇ ਨੇ ਤਕਦੀਰਾਂ ਦੇ। ਉਹ ਰੋ ਨਾ, ਕਹਿੰਦਾ ਮਾਲਕਾ ਰੋਵਾਂ ਨਾ ਤੇ ਕੀ ਕਰਾਂ। ਜਿਹੜੇ ਦਿਨ ਦੇ ਦਿਨ ਫਿਰ ਗਏ, ਉਹ ਦਿਨ ਦੇ ਆਪਣੇ ਵੀ ਮੂੰਹ ਫੇਰ ਗਿਆ। ਖਤਨਾ ਸ੍ਰੀ ਵਾਹਿਗੁਰੂ। ਠੋਕਰਾਂ ਖਾਂਦਾ ਫਿਰਦਾ ਦੁਨੀਆ ਦੀ, ਪਤਾ ਨਹੀਂ ਮੇਰੀ ਤਕਦੀਰ ਨੂੰ ਕੀ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੰਗਦਾਸ ਇਹ ਤੇਰੀ ਤਕਦੀਰ ਦੇ ਸੌਦੇ ਨੇ। ਤਕਦੀਰ ਦੇ ਚਰਨ ਫੜ ਕੇ ਪਤਾ ਕੀ ਕਹਿੰਦਾ? ਮਾਲਕਾ ਤਾਈਓ ਤਾਂ ਤੇਰੇ ਦਰ ਤੇ ਆਇਆ, ਇੱਥੇ ਤਕਦੀਰਾਂ ਬਦਲ ਜਾਂਦੀਆਂ। ਮੈਂ ਸੁਣਿਆ ਬਾਬਾ ਨਾਨਕ ਦੇ ਦਰ ਤੇ ਆ ਕੇ ਤਕਦੀਰਾਂ ਬਦਲ ਜਾਂਦੀਆਂ। ਇਹ ਸੱਚੀ ਗੱਲ ਹੈ। ਜਿੱਥੋਂ ਇੱਥੇ ਉਹਨਾਂ ਦੀਆਂ ਤਕਦੀਰਾਂ ਬਦਲ ਗਈਆਂ। ਸੁਣਿਆ ਸੀ ਮਹਾਂਪੁਰਸ਼ਾਂ ਤੋਂ, ਸੰਤ ਬਾਬਾ ਗੁਰਦਿਆਲ ਸਿੰਘ ਜੀ ਦੱਸ ਰਹੇ ਸੀ ਨਾ ਭਾਈ ਆਦਮ ਦਾ ਇਤਿਹਾਸ। ਉਹ ਕਹਿੰਦੇ ਤੇਰੇ ਚਰਮਾਂ 'ਚ ਤਾਂ ਔਲਾਦ ਹੀ ਨਹੀਂ ਲਿਖੀ। ਚਰਨ ਫੜ ਕੇ ਕਿਹਾ ਮਾਲਕਾ ਕਿਰਪਾ ਕਰ ਦੇ। ਇਹ ਉਹ ਦਰ ਹੈ। ਬੀਬੀ ਸੁਲੱਖਣੀ ਨੂੰ ਮਹਾਰਾਜ ਕਹਿੰਦੇ ਤੇਰੇ ਕਰਮਾਂ 'ਚ ਔਲਾਦ ਨਹੀਂ ਲਿਖੀ, ਮਹਾਰਾਜ ਕਿਰਪਾ ਕਰੋ। ਫਿਰ ਬਦਲੀਆਂ ਤਕਦੀਰਾਂ ਨਾ। ਗੰਗਦਾਸ ਨੂੰ ਮਹਾਰਾਜ ਕਹਿੰਦੇ ਉਹ ਤੇਰੀ ਹੁਣ ਗਰੀਬੀ ਲਿਖੀ ਤੇਰੇ ਕਰਮਾਂ 'ਚ, ਤੇਰੀ ਅਮੀਰੀ ਦੇ ਦਿਨ ਗਏ, ਗਰੀਬੀ ਆ ਬੈਠੀ। ਚਰਨ ਫੜ ਕੇ ਕਹਿੰਦਾ ਮਹਾਰਾਜ ਕਿਰਪਾ ਕਰੋ। ਫਿਰ ਖਤਨਾਮ ਸ੍ਰੀ ਵਾਹਿਗੁਰੂ। ਭਰੋਸਾ ਸੀ, ਵਿਸ਼ਵਾਸ ਸੀ। ਕਿਤੇ ਵਿਸ਼ਵਾਸ ਰੱਖ ਗੁਰੂ ਗ੍ਰੰਥ ਸਾਹਿਬ ਤੇ, ਭਾਵਨਾ ਬਣਾ ਕੇ ਤੂੰ ਵੀ ਬੇਨਤੀ ਕਰ ਜਿਵੇਂ ਗੰਗਦਾਸ ਨੇ ਕੀਤੀ। ਕਹਿੰਦਾ ਮਹਾਰਾਜ ਤੇਰੀ ਮਿਹਰ ਦੀ ਨਜ਼ਰ ਜਦੋਂ ਹੋਈ, ਜਦੋਂ ਫਿਰ ਤੇਰੀ ਮਿਹਰ ਦੀ ਨਜ਼ਰ ਹੋਈ, ਮੇਰੀ ਤਕਦੀਰ ਬਦਲੂ। ਮਿਹਰ ਦੀ ਨਜ਼ਰ ਜਦੋਂ ਹੋਈ, ਮੇਰੀ ਤਕਦੀਰ ਬਦਲੋ। ਮਿਹਰ ਦੀ ਨਜ਼ਰ ਜਦੋਂ ਹੋਈ, ਮੇਰੀ ਤਕਦੀਰ ਬਦਲੋ। ਤੇਰੀ ਮਿਹਰ ਦੀ ਨਜ਼ਰ ਜਦੋਂ ਹੋਈ, ਮੇਰੀ ਤਕਦੀਰ ਬਦਲੋ। ਮਿਹਰ ਦੀ ਨਜ਼ਰ ਜਦੋਂ ਹੋਈ, ਮੇਰੀ ਤਕਦੀਰ ਬਦਲੋ। ਤੇਰੀ ਮਿਹਰ ਦੀ ਨਜ਼ਰ ਜਦੋਂ ਹੋਈ, ਮੇਰੀ ਤਕਦੀਰ
तकदीर बदलो प्यार जी मेरी तकदीर बदलो जी मेरी तकदीर बदलो प्यार जी मेरी तकदीर बदलो मेरी तकदीर बदलो तेरी मेरी नजर जदों होई मेरी तकदीर बदलो मेरी नजर जदों होई मेरी तकदीर बदलो तेरी मेरी नजर जदों होई मेरी तकदीर बदलो। मैं दोवें दलीलां देणियां चाहुंदा भी सतगुरु दा आसरा लैके जदों कोई चलदा जिवें महापुरखां ने उपराला कीता ना ते आपां बेनती कीती है मालक जी कीता लोड़ीए काम सुहरब आखीए कारज देहो सवार ये महापुरखां दे कारज वाहिगुरु आप सवारने सुनियो आओ ध्यान दिओ मेरी बेनती ते जदों गुरु दे चरनां दा आसरा लैके सिख चलदा ना कहंदे चरना ते ढह पिया रो के कहंदा महाराज मेरी तकदीर तां हुण जो है ही आ पर तेरे चरना च आया मालका कृपा कर सच्चे पातशाह तेरे दर तो कोई खाली नहीं मुड़दा मेरे ते कृपा कर तेरे चरना च आया दुनिया ने धक्के मारे तेरे दर ते आया सतगुरां नूं तरस आ गया मेरे मालिक नूं कहंदे गंगदास की करना चाहुंदा हुण महाराज दुकानां कीतियां कारोबार तां कीते दुकानां दे कीते घाटे ही पैंदे रहे आपां भी सोचदे आ भी घाटे पैंदे अज सुन लो जेड़े चाहुंदे घट जेड़े कहंदे घाटे पैंदे आ अज गुरु अमरदास दे बचन पल्ले बन के लेके जाओ घाटे नहीं पैणगे सतनाम श्री वाहिगुरू महाराज ने बचन की कहे कहंदे गंगदास काम जिथे मर्जी कर लै पर साडे दो बचन चेते रखी पहला बचन सतगुरु कहन लगे गंगदास कदी अमृत वेला ना खंजाइयां सतनाम श्री वाहिगुरू अमृत वेले घंटा डेढ़ घंटा तू सिमरन करना है अज आपां भी झाती पा के वेखीए साडी जिंदगी च अमृत वेला है बाबा आनंद सिंह जी कहंदे सी ओ जे राजियां वांगू जिउना चाहुंदा जे राजियां वांगू जिउना चाहुंदा अमृत वेले दो घड़ियां गुरु नानक दा पखारी बन जाया कर सतनाम श्री वाहिगुरू गुरु नानक अगे हथ अड्डिया कर अमृत वेले रात कतूरी वंडीए सुत्तियां मिले ना पाओ सुत्ता रह जाना उदों पहला बचन महाराज कहंदे अमृत वेले भजन करी डेढ़ दो घंटा उठ के सिमरन करी ते दूजा बचन महाराज कहंदे दुकान दे विच गुरु नानक दे नां दा खाता ला लई गुरु नानक दे नां दा खाता ला के दसवंध कटिया करी जा आ दो काम करी जिथे गुरु नानक दा नां आ गया उथे चढ़दी कला आपे ही आऊ नानक नाम चढ़दी कला आओ समा जात नहीं दिंदा महाराज ने दो बचन दिते गंगदास नूं दो बचन दिते एक अमृत वेला संभाली अपने सवासां दा दसवंध कड्डी ते दूजा महाराज कहंदे कमाई दा दसवंध कड्डी दो बचन पल्ले बन्नी गंगदास चरना ते सिर रख के आग्या लैके चलिया गया इन्हें दुकान कीती जाके कोई विद्वान कहंदा गढ़ शंकर कीती कोई कहंदा दिल्ली कीती सुनो दुकान किते कीती मैं गल इस ते नहीं जाना मैं तां गुरु दी रहमत ते गुरु घर च गरीबां दी किवें मदद कीती जांदी जिवें महापुरख कर रहे मैं तां गल ओह दसणी है ध्यान दिओ भी आ जिहड़ा महापुरख उपराला कर रहे हैं ना कई कहणगे लै बाबे कुड़ियां दे विआह करी जांदे ओ प्यारिया सुन तू नहीं कर सकदा जेड़े करदे उन्हां नूं क्यों निंददा है ये बाबे नानक दियां धीआं ने गरीब दी धी बाबे नानक दी धी है दे साथ संग गरीब सी कबीर लोग कहंदे धी किवें विआही जाऊ ते रब ने आके विआह कीता सी ना सतनाम श्री वाहिगुरू
ਜਿਵੇਂ ਰੱਬ ਨੇ ਉਦੋਂ ਕੀਤਾ ਤੇ ਅੱਜ ਵੀ ਇਹਨਾਂ ਗਰੀਬਾਂ ਦੀਆਂ ਧੀਆਂ ਦੇ ਵਿਆਹ ਰੱਬ ਸਾਧੂਆਂ ਚ ਵਸ ਕੇ ਕਰਦਾ। ਸਤਿਨਾਮ ਸ੍ਰੀ ਵਾਹਿਗੁਰੂ। ਫਰਕ ਇੰਨਾ ਹੀ ਹੈ, ਉਦੋਂ ਆਪ ਆਇਆ ਸੀ, ਹੁਣ ਸਾਧੂਆਂ ਦੇ ਹਿਰਦੇ ਚ ਵਸ ਕੇ ਕਰਦਾ। ਸਾਧ ਸੰਗਤ ਅੱਜ ਵੀ ਵਿਆਹ ਰੱਬ ਕਰਦਾ। ਵੇਖੋ ਅੱਜ ਵੀ ਵਿਆਹ ਰੱਬ ਕਰਦਾ, ਸਾਧੂਆਂ ਚ ਰੱਬ ਵਸ ਕੇ। ਐਵੇਂ ਥੋੜੇ ਆ ਇੰਨੇ ਮਹਾਂਪੁਰਖ ਵਿਆਹ ਕਰ ਰਹੇ ਆ। ਕੱਲ ਮੈਂ ਚੱਕਰ ਦੀਵਾਨ ਤੇ ਗਿਆ ਸੀ ਪਿਆਰਿਓ, ਰਾਏਕੋਟ ਦੇ ਕੋਲ ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲੇ ਹਰ ਸਾਲ 52 ਧੀਆਂ ਦੇ ਵਿਆਹ ਕਰਦੇ ਆ। 52 ਮਹਾਂਪੁਰਖ ਇੱਥੇ ਵੇਖੋ ਕਿੱਡਾ ਵੱਡਾ ਪਰਉਪਕਾਰ ਕਰਦੇ ਆ। ਹੋਰ ਕਿੰਨੇ ਮਹਾਂਪੁਰਖ, ਕਿੰਨੇ ਗੁਰੂ ਦੇ ਸਿੱਖ ਜਿਹੜੇ ਸਾਧ ਸੰਗ ਹੈਲਪ ਕਰਦੇ ਆ। ਇਹ ਕੌਣ ਵਰਤ ਰਿਹਾ? ਇਹ ਗੁਰੂ ਨਾਨਕ ਹੀ ਵਰਤ ਰਿਹਾ। ਸਤਿਨਾਮ ਸ੍ਰੀ ਵਾਹਿਗੁਰੂ। ਗਰੀਬ ਧੀਆਂ ਦੇ ਵਿਆਹ ਰੱਬ ਕਰਦਾ। ਪੁੱਛ ਕੇ ਵੇਖੋ ਸੰਤ ਬਾਬਾ ਬਲਵਿੰਦਰ ਸਿੰਘ ਜੀ ਨੂੰ ਵੀ ਕੌਣ ਕਰ ਰਿਹਾ ਏ? ਕੌਣ ਕਰ ਰਿਹਾ? ਗੁਰੂ ਨਾਨਕ ਦੀ ਕਿਰਪਾ। ਗਰੀਬ ਧੀਆਂ ਦੇ ਵਿਆਹ ਰੱਬ ਕਰਦਾ, ਸਾਧੂਆਂ ਦੇ ਵਿੱਚ ਵਸ ਕੇ। ਰੱਬ ਕਰਦਾ, ਸਾਧੂਆਂ ਦੇ ਵਿੱਚ ਵਸ ਕੇ। ਗਰੀਬ ਧੀਆਂ ਦੇ ਵਿਆਹ ਰੱਬ ਕਰਦਾ, ਸਾਧੂਆਂ ਦੇ ਵਿੱਚ ਵਸ ਕੇ। ਧੀਆਂ ਦੇ ਵਿਆਹ ਰੱਬ ਕਰਦਾ, ਸਾਧੂਆਂ ਦੇ ਵਿੱਚ ਵਸ ਕੇ। ਗਰੀਬ ਧੀਆਂ ਦੇ ਵਿਆਹ ਰੱਬ ਕਰਦਾ, ਸਾਧੂਆਂ ਦੇ ਵਿੱਚ ਵਸ ਕੇ। ਪਿਆਰੇ ਜੀ ਸਾਧੂਆਂ ਦੇ ਵਿੱਚ ਵਸ ਕੇ, ਮੇਰੇ ਪਿਆਰੇ ਸਾਧੂਆਂ ਦੇ ਵਿੱਚ ਵਸ ਕੇ। ਪਿਆਰੇ ਸਾਧੂਆਂ ਦੇ ਵਿੱਚ ਵਸ ਕੇ। ਓ ਪਿਆਰੇ ਸਾਧੂਆਂ ਦੇ ਵਿੱਚ ਵਸ ਕੇ। ਪਿਆਰੇ ਸਾਧੂਆਂ ਦੇ ਵਿੱਚ ਵਸ ਕੇ। ਮੇਰੇ ਪਿਆਰੇ ਸਾਧੂਆਂ ਦੇ ਵਿੱਚ ਵਸ ਕੇ। ਗਰੀਬ ਧੀਆਂ ਦੇ ਵਿਆਹ ਰੱਬ ਕਰਦਾ, ਸਾਧੂਆਂ ਦੇ ਵਿੱਚ ਵਸ ਕੇ। ਧੀਆਂ ਦੇ ਵਿਆਹ ਰੱਬ ਕਰਦਾ, ਸਾਧੂਆਂ ਦੇ ਵਿੱਚ ਵਸ ਕੇ। ਰੱਬ ਕਰਦਾ, ਸਾਧੂਆਂ ਦੇ ਵਿੱਚ ਵਸ ਕੇ। ਗਰੀਬ ਧੀਆਂ ਦੇ ਵਿਆਹ ਰੱਬ ਕਰਦਾ, ਸਾਧੂਆਂ ਦੇ ਵਿੱਚ ਵਸ ਕੇ। ਧੀਆਂ ਦੇ ਵਿਆਹ ਰੱਬ ਕਰਦਾ, ਸਾਧੂਆਂ ਦੇ ਵਿੱਚ ਵਸ ਕੇ। ਗਰੀਬ ਧੀਆਂ ਦੇ ਵਿਆਹ ਰੱਬ ਕਰਦਾ, ਸਾਧੂਆਂ ਦੇ ਵਿੱਚ ਵਸ ਕੇ। ਆਓ ਮਿੰਟ ਰਹਿ ਗਏ 5-7। ਮੈਂ ਗੁਰੂ ਇਤਿਹਾਸ ਵਿੱਚੋਂ ਬੇਨਤੀ ਕਰਨੀ ਚਾਹੁੰਦਾ ਵੀ ਆ ਜਿਹੜੇ ਕਾਰਜ ਮਹਾਂਪੁਰਖਾਂ ਨੇ ਆਰੰਭੇ ਆ ਨਾ, ਜਿੱਦਣ ਮੈਨੂੰ ਬਾਬਾ ਜੀ ਕਹਿਣ ਵਾਸਤੇ ਗਏ ਤੇ ਦੱਸ ਰਹੇ ਸੀ, ਕਹਿੰਦੇ ਜਦੋਂ ਮੈਂ ਇਹ ਸਮਾਗਮ ਸ਼ੁਰੂ ਕੀਤੇ, ਤੁਹਾਨੂੰ ਪਤਾ ਕਿੰਨੀ ਕੁ ਪੂੰਜੀ ਆ ਮਹਾਂਪੁਰਖਾਂ ਕੋਲ? ਸੰਸਾਰੀ ਪੂੰਜੀ ਭਾਵੇਂ ਘੱਟ ਹੈ, ਪਰ ਰੱਬ ਦੀ ਓਟ ਆਸਰਾ ਵਾਲੀ ਜਿਹੜੀ ਪੂੰਜੀ ਉਹ ਬਹੁਤ ਵੱਡੀ ਆ। ਸਤਿਨਾਮ ਸ੍ਰੀ ਵਾਹਿਗੁਰੂ। ਭਰੋਸਾ ਰੱਖਿਆ ਨਾ, ਮਾਲਕ ਤੇ ਭਰੋਸਾ ਰੱਖ ਕੇ ਕਾਰਜ ਆਰੰਭ ਕੀਤੇ ਆ। ਤੇ ਕਾਰਜ ਤਾਂ ਗੁਰੂ ਨਾਨਕ ਨੇ ਕਰਾਉਣੇ ਆ। ਗੁਰੂ ਨਾਨਕ ਨੇ ਉਦੋਂ ਰੱਬ ਨੇ ਧੀਆਂ ਦੇ ਵਿਆਹ ਕੀਤੇ। ਬਾਬਾ ਆਨੰਦ ਸਿੰਘ ਜੀ ਕਹਿੰਦੇ ਸੀ, ਉਹ ਪਿਆਰੇ ਜਦੋਂ ਕਬੀਰ ਦੀ ਧੀ ਦਾ ਵਿਆਹ ਰੱਬ ਨੇ ਕੀਤਾ ਨਾ, ਤੇ ਕਬੀਰ ਜਦੋਂ ਮੁੜ ਕੇ ਘਰੇ ਆਇਆ ਤੇ ਕਬੀਰ ਰੋ ਕੇ ਕਹਿੰਦਾ, ਰੱਬਾ ਉਹ ਮਾਲਕਾ ਕਿਰਪਾ ਕਰ। ਤੇ ਕਹਿੰਦੇ ਰੱਬ ਪ੍ਰਗਟ ਹੋ ਕੇ ਕਹਿੰਦਾ, ਕਬੀਰਾ ਹੁਣ ਕਿਉਂ ਰੋਣਾ? ਤੇਰੀ ਧੀ ਦਾ ਵਿਆਹ ਤੇ ਹੋ ਗਿਆ। ਉਦੋਂ ਫਿਰ ਬਾਬਾ ਨਾਨਕ ਸਿੰਘ ਜੀ ਕਹਿੰਦੇ, ਕਬੀਰ ਨੇ ਕਿਹਾ ਸੀ ਮਾਲਕਾ ਮੈਂ ਰੋਂਦਾ ਇਸ ਕਰਕੇ ਨਹੀਂ ਕਿ ਮੇਰੀ ਧੀ ਦਾ ਵਿਆਹ ਤੂੰ ਕਿਉਂ ਕੀਤਾ, ਮੈਂ ਰੋਣਾ ਇਸ ਕਰਕੇ ਆ ਜਿਹੜੀਆਂ ਹੋਰ ਗਰੀਬਾਂ ਦੀਆਂ ਧੀਆਂ, ਇਹਨਾਂ ਦੀ ਬਾਹ ਕੌਣ ਫੜੂ? ਇਹਨਾਂ ਦੀ ਬਾਹ ਕੌਣ ਫੜੂ? ਮਾਲਕਾ ਜੇ ਮੇਰੀ ਧੀ ਦਾ ਵਿਆਹ ਕੀਤਾ ਹੀ ਤੇ ਅੱਜ ਮੇਰੇ ਨਾਲ ਇੱਕ ਵਾਅਦਾ ਕਰਕੇ ਜਾ, ਜਦੋਂ ਕੋਈ ਗਰੀਬ ਓਟ ਆਸਰਾ ਲੈ ਕੇ ਕਰੇ ਤੁਰੇ
ਚਾਹੇ ਉਹਦਾ ਜੀਵਨ ਕਿਦਾਂ ਦਾ ਵੀ ਹੋਵੇ, ਉਹਦੀ ਧੀ ਦਾ ਕਾਰਜ ਤੂੰ ਆਪ ਸਵਾਰਨਾ। ਸਤਿਨਾਮ ਸ੍ਰੀ ਵਾਹਿਗੁਰੂ। ਅੱਜ ਸਾਡੀਆਂ ਆਦਤਾਂ ਕਿੰਨੀਆਂ ਬਦਲ ਗਈਆਂ। ਅਸੀਂ ਉਹ ਚੀਜ਼ਾਂ ਵਿਆਹਾਂ 'ਚ ਪਾਉਨੇ, ਪਰ ਰੱਬ ਪਿਆਰ ਦਾ ਬੱਜਾ ਅੱਜ ਵੀ ਸਾਡੇ ਕਾਰ ਸਵਾਰਦਾ। ਸਤਿਨਾਮ ਸ੍ਰੀ ਵਾਹਿਗੁਰੂ। ਉਹ ਅੱਜ ਵੀ ਸਵਾਰ ਰਿਹਾ। ਅੱਜ ਮਹਾਂਪੁਰਖਾਂ ਦੇ ਹਿਰਦੇ 'ਚ ਵਸ ਕੇ ਦਇਆ ਭਰ ਦਿੱਤੀ। ਇਹ ਸਮਾਗਮ ਆਰੰਭ ਹੋ ਗਿਆ। ਕਿੰਨੀਆਂ ਬੱਚੀਆਂ ਦੇ ਆਨੰਦ ਕਾਰਜ ਹੋ ਗਏ। ਇਹ ਕੌਣ ਕਰਾਉਣ ਵਾਲਾ? ਇਹ ਰੱਬ ਹੀ ਕਰਾਉਣ ਵਾਲਾ ਹੈ। ਤੇ ਜਿਹੜੇ ਸਾਧੂਆਂ ਨੂੰ ਨਿੰਦਦੇ ਆ ਚਾਰਕ ਮਸ਼ੀਨਰੀ ਵਾਲੇ, ਪੁੱਛੋ ਕਦੀ ਕਿਸੇ ਨੂੰ ਪਾਣੀ ਵੀ ਪਿਆਇਆ, ਫੋਕਾ ਇਹਨਾਂ ਲੰਗਰ ਲਾਇਆ? ਆ ਪਟਨਾ ਸਾਹਿਬ ਏਡਾ ਵੱਡਾ ਸਮਾਗਮ ਹੋਇਆ, ਕਿਤੇ ਮਸ਼ੀਨਰੀ ਵਾਲਾ ਲੰਗਰ ਲਾਇਆ? ਜਾ ਕੇ ਪੁੱਛਿਆ ਕਰੋ ਉਹਨਾਂ ਨੂੰ, ਜਦੋਂ ਸਟੇਜਾਂ ਤੇ ਆ ਕੇ ਬੋਲਦੇ ਆ। ਉਹ ਵੀ ਤਾਂ ਅਮਰੀਕਾ ਚੋਂ ਉਨੇ ਹੀ ਪੈਸੇ ਲਿਆਉਂਦੇ ਆ, ਉਹ ਵੀ ਤਾਂ ਕੈਨੇਡਾ ਕਥਾ ਕਰਕੇ ਉਨੇ ਹੀ ਪੈਸੇ ਲਿਆਉਂਦੇ ਆ। ਪੁੱਛੋ ਕਦੀ ਤੁਸੀਂ ਲੰਗਰ ਲਾਇਆ? ਕਦੀ ਕਿਸੇ ਗਰੀਬ ਦੀ ਧੀ ਦਾ ਵਿਆਹ ਕੀਤਾ? ਸਾਧ ਸੰਗ ਨਿੰਦਿਆ ਸਾਧੂਆਂ ਦੀ ਕਰਨੀ ਆ। ਸਤਿਨਾਮ ਸ੍ਰੀ ਵਾਹਿਗੁਰੂ। ਨਿੰਦਿਆ ਉਹਨਾਂ ਦੀ ਕਰਨੀ ਜਿਹੜੇ ਆਪਣੇ ਕੋਲੋਂ ਕਰਜ਼ਾ ਚੁੱਕ ਕੇ ਵੀ ਗੁਰੂ ਨਾਨਕ ਦੀ ਖੁਸ਼ੀ ਲੈਣ ਵਾਸਤੇ ਕਾਰਜ ਕਰ ਰਹੇ ਆ। ਸਤਿਨਾਮ ਸ੍ਰੀ ਵਾਹਿਗੁਰੂ। ਫਰਕ ਹੈ ਨਾ। ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ, ਉਹਨਾਂ ਦੇ ਅੰਦਰ ਪਿਆਰ ਨਹੀਂ, ਉਹਨਾਂ ਦਾ ਬਿਜ਼ਨਸ ਹੈ। ਸਾਧੂ ਮਹਾਤਮਾ ਰੱਬ ਦੇ ਪਿਆਰ 'ਚ ਰਹਿੰਦੇ ਆ। ਸੋ ਆਓ, ਇਹੀ ਫਰਕ ਹੈ ਸਾਧੂਆਂ 'ਚ ਤੇ ਆਮ ਬੰਦਿਆਂ 'ਚ। ਆਓ ਧਿਆਨ ਦਿਓ ਮੇਰੀ ਬੇਨਤੀ ਤੇ। ਸਮਾਂ ਥੋੜਾ, ਮੈਂ ਸਮੇਂ 'ਚ ਸਮਾਪਤੀ ਕਰਾਂ। ਮੈਂ ਗੱਲ ਕਰ ਰਿਹਾ ਸੀ ਵੀ ਇਹ ਜਿਹੜੇ ਕਾਰਜ ਮਹਾਂਪੁਰਖ ਕਰਾ ਰਹੇ ਆ, ਗੁਰੂ ਘਰ 'ਚ ਗੁਰੂ ਨੇ ਵੀ ਕਿਵੇਂ ਗਰੀਬਾਂ ਦੀ ਬਾਹ ਫੜੀ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਕਹਿੰਦੇ ਗੰਗਦਾਸ ਚਲਿਆ ਗਿਆ, ਜਾ ਕੇ ਦੁਕਾਨ ਕੀਤੀ। ਗੁਰੂ ਨੇ ਕਿਹਾ ਸੀ ਆ ਦੋ ਚੀਜ਼ਾਂ ਪੱਲੇ ਰੱਖੀ ਬਚਨ, ਤੇਰੇ ਤਾਂ ਸ਼ਾਹੂਕਾਰੇ ਚੱਲਣਗੇ। ਸੱਚ ਜਾਣਿਓ ਗੰਗਦਾਸ ਦੇ ਸ਼ਾਹੂਕਾਰੇ ਚੱਲ ਪਏ। ਸਤਿਨਾਮ ਸ੍ਰੀ ਵਾਹਿਗੁਰੂ। ਸਮਾਂ ਥੋੜਾ ਧਿਆਨ ਦਿਓ। ਗੰਗਦਾਸ ਦੇ ਸ਼ਾਹੂਕਾਰੇ ਚੱਲ ਪਏ। ਸਮਾਂ ਲੰਘਦਾ ਗਿਆ, ਲੰਘਦਾ ਗਿਆ, ਲੰਘਦਾ ਗਿਆ। ਜਿਵੇਂ ਬਾਬਾ ਜੀ ਦੱਸ ਰਹੇ ਸੀ, ਬਾਬਾ ਗੁਰਦਿਆਲ ਸਿੰਘ ਜੀ ਮਨ ਮੈਲਾ ਹੋਣ ਲੱਗਿਆ, ਸਕਿੰਟ ਲਾਉਂਦਾ। ਪਹਿਲਾਂ ਪਿਆਰਿਓ ਨਿਤਨੇਮ ਛੁੱਟਿਆ। ਬਾਬਾ ਜੀ ਦਾ ਬਚਨ ਹੈ, ਬਾਬਾ ਨਾਨਕ ਸਿੰਘ ਜੀ ਦਾ, ਕਲਯੁਗ ਨੇ ਸਭ ਤੋਂ ਪਹਿਲਾਂ ਤੇਰਾ ਨਿਤਨੇਮ ਤੋੜਨਾ ਕਿ ਤੇਰੇ ਮਨ 'ਚ ਮੈਲ ਭਰੇ ਆ। ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਮਨ ਮੈਲਾ ਹੋ ਗਿਆ, ਸਭ ਕੁਝ ਮੈਲਾ ਹੋ ਜਾਣਾ। ਮਨ ਤੇ ਹੀ ਸਾਰੀ ਗੱਲ ਹੈ। ਹੁਣ ਜਦੋਂ ਇਹਨੇ ਕੰਮਕਾਰ ਬਹੁਤਾ ਚੱਲ ਪਿਆ, ਰਾਤ ਨੂੰ ਲੇਟ ਹੋਣ ਲੱਗ ਪਿਆ, ਸਵੇਰ ਨੂੰ ਜਾਗ ਨਾ ਆਵੇ। ਜਦੋਂ ਨਿਤਨੇਮ ਟੁੱਟ ਗਿਆ, ਮਨ ਮੈਲਾ ਹੋ ਗਿਆ, ਮਨ ਮੈਲੇ ਫੁਰਨੇ ਬਣਾਉਣ ਲੱਗਿਆ ਵੀ ਇੰਨਾ ਚੜਾਵਾ ਗੁਰੂ ਨੂੰ ਚੜਾ ਦੇਣਾ। ਸਤਿਨਾਮ ਸ੍ਰੀ ਵਾਹਿਗੁਰੂ। ਇੰਨਾ ਤਾਂ ਸੰਬੰਧ ਗੁਰੂ ਨੂੰ ਹੀ ਦੇ ਦੇਣਾ। ਕੁਝ ਸਾਲਾਂ ਬਾਅਦ ਮਨ ਮੈਲਾ ਹੋ ਗਿਆ, ਇਹਨੇ ਗੁਰੂ ਨਾਨਕ ਦੇ ਖਾਤੇ ਤੇ ਲੀਕ ਮਾਰਤੀ। ਲੀਕ ਮਾਰਤੀ ਇਹਨੇ, ਲੀਕ ਮਾਰਤੀ। ਕਹਿੰਦਾ ਕੋਈ ਨਹੀਂ, ਜਦੋਂ ਸਰੂ ਬਣੂਗਾ ਲੈ ਜਾ ਕਰਾਂਗੇ। ਕਿੱਥੇ ਐਵੇਂ ਹਿਸਾਬ ਕਿਤਾਬ ਕਰਦੇ ਰਹੀਦਾ, ਮਨ ਮੈਲਾ ਹੋ ਗਿਆ ਨਾ। ਹੁਣ ਪਿਆਰਿਓ ਸਮਾਂ ਲੰਘ ਗਿਆ, ਸੁਣਿਓ, ਸਮਾਂ ਲੰਘ ਗਿਆ, ਸੁਣਿਓ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਮਾਂ ਲੰਘਦਾ ਗਿਆ, ਲੰਘਦਾ ਗਿਆ। ਜਿਵੇਂ ਮਹਾਂਪੁਰਖਾਂ ਕੋਲੋਂ ਗਰੀਬ ਪਰਿਵਾਰ ਆ ਕੇ ਕਹਿੰਦੇ, ਬਾਬਾ ਜੀ ਅਸੀਂ ਗਰੀਬ ਆ, ਧੀ ਵਿਆਹੁਣ ਵਾਲੀ ਆ। ਤੇ ਗੁਰੂ ਅਮਰਦਾਸ ਕੋਲੋਂ ਕਿਸੇ ਗਰੀਬ ਸਿੱਖ ਨੇ ਬੇਨਤੀ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਗਰੀਬ ਨਵਾਜ ਵਿਆਹ ਹੈ ਮੇਰੀ ਧੀ ਦਾ। ਉਹਨੇ ਬੇਨਤੀ ਕੀਤੀ, ਮਾਲਕਾ ਹੁਣ ਮੇਰੀ ਲਾਜ ਰੱਖ ਲੋ, ਵਿਆਹ ਹੈ ਮੇਰੀ ਧੀ ਦਾ, ਹੁਣ ਮੇਰੀ ਲਾਜ ਰੱਖ ਲੋ। ਵਿਆਹ ਹੈ ਮੇਰੀ ਧੀ ਦਾ, ਹੁਣ ਮੇਰੀ ਲਾਜ ਰੱਖ ਲੋ। ਨਵਾਜ ਵਿਆਹ ਹੈ ਮੇਰੀ ਧੀ ਦਾ, ਹੁਣ ਮੇਰੀ ਲਾਜ ਰੱਖ ਲੋ। ਆਜ ਵਿਆਹ ਹੈ ਮੇਰੀ ਧੀ ਦਾ, ਹੁਣ ਮੇਰੀ ਲਾਜ ਰੱਖ ਲੋ। ਰਿਤਵਾਜ ਵਿਆਹ ਹੈ ਮੇਰੀ ਧੀ ਦਾ, ਹੁਣ ਮੇਰੀ ਲਾਜ ਰੱਖ ਲੋ। ਮਨਵਾਜ ਵਿਆਹ ਮੇਰੀ ਧੀ, ਵਿਆਹ ਮੇਰੀ ਧੀ ਦਾ, ਹੁਣ ਮੇਰੀ ਲਾਜ ਰੱਖਿਓ। ਮਨਵਾਜ ਵਿਆਹ ਮੇਰੀ ਧੀ ਦਾ, ਹੁਣ ਮੇਰੀ ਲਾਜ ਰੱਖਿਓ। ਆਜ ਵਿਆਹ ਹੈ ਮੇਰੀ ਧੀ ਦਾ, ਹੁਣ ਮੇਰੀ ਲਾਜ ਰੱਖਿਓ। ਸ੍ਰੀ ਨਵਾਜ ਵਿਆਹ ਹੈ ਮੇਰੀ ਧੀ ਦਾ,
ਕੀਤੀ। ਤੇ ਸਤਿਗੁਰੂ ਪਤਾ ਕੀ ਕਹਿੰਦੇ, ਕਈ ਇਤਿਹਾਸਕਾਰਾਂ ਨੇ ਕਿਸ ਤਰ੍ਹਾਂ ਲਿਖਿਆ, ਕਿਸੇ ਨੇ ਕਿਸ ਤਰ੍ਹਾਂ ਲਿਖਿਆ, ਮੈਂ ਇਸ ਕਿੰਤੂ 'ਚ ਨਹੀਂ ਪੈਣਾ। ਕਹਿੰਦੇ ਸਤਿਗੁਰਾਂ ਨੇ ਮਹਾਰਾਜ ਕਹਿਣ ਲੱਗੇ, ਕਹਿੰਦੇ ਐ ਕਰ ਤੂੰ ਗੰਗਦਾਸ ਕੋਲ ਜਾ। ਮਹਾਰਾਜ ਜਾਣਦੇ ਸੀ ਸਮਾਂ ਆ ਗਿਆ ਸੀ ਗੰਗਦਾਸ ਦਾ, ਦਸਵੰਧ ਆਉਣਾ ਬੰਦ ਹੋ ਗਿਆ, ਗੁਰੂ ਨੂੰ ਭੁੱਲ ਗਿਆ ਸੀ। ਮਹਾਰਾਜ ਕਹਿੰਦੇ ਤੂੰ ਗੰਗਦਾਸ ਕੋਲ ਜਾ, ਗੰਗਦਾਸ ਕੋਲ। ਹੁਣ ਜਦੋਂ ਇਹ ਗੰਗਦਾਸ ਕੋਲ ਗਿਆ ਨਾ, ਕਹਿੰਦੇ ਦਿੱਲੀ ਪਹੁੰਚਿਆ। ਕੋਈ ਕਹਿੰਦਾ ਦਿੱਲੀ ਦੁਕਾਨ ਕੀਤੀ, ਕਿੱਥੇ ਵੀ ਦੁਕਾਨ ਕੀਤੀ, ਮੈਂ ਇਸ ਕਿੰਤੂ 'ਚ ਨਹੀਂ ਪੈਣਾ। ਸੁਣਿਓ, ਜਿਹੜਾ ਗਰੀਬ ਦੀ ਬਾਹ ਫੜਦਾ ਬਾਬਾ ਨਾਨਕ ਖੁਸ਼ ਕਿਵੇਂ ਹੁੰਦਾ, ਤੇ ਜਿਹੜਾ ਗਰੀਬ ਨੂੰ ਧੱਕਾ ਮਾਰਦਾ ਫਿਰ ਉਹਦੀਆਂ ਜੜਾਂ ਕਿਵੇਂ ਪੱਟ ਹੁੰਦੀਆਂ। ਸਤਿਨਾਮ ਸ੍ਰੀ ਵਾਹਿਗੁਰੂ। ਤੇ ਗਰੀਬ ਧੀ ਦੇ ਪਿਤਾ ਨੂੰ ਗੁਰੂ ਅਮਰਦਾਸ ਵੀ ਆਪ ਮਹਾਰਾਜ ਸੱਚੇ ਪਾਤਸ਼ਾਹ ਕੀ ਹੈਲਪ ਕਰਦੇ। ਸੁਣਿਓ, ਮਹਾਰਾਜ ਕਹਿੰਦੇ ਗੰਗਦਾਸ ਕੋਲ ਜਾ, ਉੱਥੋਂ ਦਸਵੰਧ ਲੈ ਆ, ਜਿੰਨਾ ਤੈਨੂੰ ਚਾਹੀਦਾ ਤੂੰ ਰੱਖ ਲਈ, ਬਾਕੀ ਗੁਰੂ ਕੇ ਲੰਗਰਾਂ 'ਚ ਪਾ ਦੀ। ਹੁਣ ਕਹਿੰਦੇ ਗਰੀਬ ਗਿਆ ਗੰਗਦਾਸ ਕੋਲ, ਪਰਸੂ ਪਰਸੈ ਪਰਸਰਾਮ ਇਹ ਮਾਇਆ ਕੇ ਤੀਨ ਨਾਮ। ਬੈਠਾ ਲਾਲਾ ਗੰਗਦਾਸ, ਲੈਣ ਲੱਗੀ ਨੌਕਰ ਚਾਕਰ ਕੰਮ ਕਰ ਰਹੇ, ਸਾਹੂਕਾਰੇ ਚੱਲ ਰਹੇ ਆ, ਚੱਲਣ ਵੀ ਕਿਉਂ ਨਾ, ਬਾਬੇ ਨਾਨਕ ਦੇ ਬਚਨ ਜੀ ਹੋਏ ਆ, ਨਾਨਕ ਨਾਮ ਚੜ੍ਹਦੀ ਕਲਾ। ਗੰਗਦਾਸ ਨੇ ਜਦੋਂ ਵੇਖਿਆ ਵੀ ਆਹ ਬੰਦਾ ਕਿਵੇਂ ਖਲੋਤਾ, ਕਹਿੰਦਾ ਹਾਂ ਭਾਈ ਕੀ ਲੈਣਾ ਈ, ਕੀ ਲੈਣਾ ਆ। ਇਹਨੇ ਗਰੀਬ ਨੇ ਹੱਥ ਜੋੜ ਕੇ ਕਿਹਾ, ਮੈਨੂੰ ਗੁਰੂ ਅਮਰਦਾਸ ਨੇ ਭੇਜਿਆ, ਮੈਨੂੰ ਗੁਰੂ ਅਮਰਦਾਸ ਨੇ ਭੇਜਿਆ, ਮੇਰੀ ਧੀ ਦਾ ਵਿਆਹ ਆ, ਮੇਰੀ ਕੁਝ ਮਦਦ ਕਰ। ਗੁਰੂ ਜੀ ਕਹਿੰਦੇ ਜਿਹੜਾ ਦਸਵੰਧ ਆ ਉਹ ਮੇਰੀ ਝੋਲੀ 'ਚ ਪਾ ਦੇ। ਸਤਿਨਾਮ ਸ੍ਰੀ ਵਾਹਿਗੁਰੂ। ਸੜਿਆ ਬਲਿਆ ਕਹਿੰਦਾ ਲੈ, ਤੇਰੇ ਵਰਗੇ 36 ਆਉਂਦੇ ਆ ਰੋਜ਼ ਇੱਥੇ, ਤੇਰੇ ਵਰਗੇ ਰੋਜ਼ ਤੁਰੇ ਆਉਂਦੇ, ਮੈਂ ਕਿਹਦੀ ਝੋਲੀ ਭਰ ਦਿਆਂ। ਨਾਲੇ ਹੁਣ ਮੈਂ ਦਸਵੰਧ ਉਹ ਕੱਢਣਾ, ਜਿਹੜਾ ਖਾਤਾ ਲਾਇਆ ਸੀ ਉਹ ਬੰਦ ਕਰਤਾ, ਜੋ ਸਰੂ ਬਣੂਗਾ ਮੈਂ ਗੁਰੂ ਕੋਲ ਆਪੇ ਹੀ ਲੈ ਆਉਂਗਾ, ਤੂੰ ਚੱਲ। ਸਤਿਨਾਮ ਸ੍ਰੀ ਵਾਹਿਗੁਰੂ। ਉਸ ਗਰੀਬ ਨੇ ਰੋ ਕੇ ਕਿਹਾ, ਮੈਨੂੰ ਧੱਕੇ ਨਾ ਮਾਰ, ਮੈਂ ਆਪਣੇ ਆਪ ਨਹੀਂ ਆਇਆ, ਮੈਂ ਗੁਰੂ ਦਾ ਭੇਜਿਆ ਆਇਆ, ਗੁਰੂ ਦਾ ਭੇਜਿਆ। ਸੰਤ ਧਾਰਨਾ ਪੜ੍ਹਦੇ ਹੁੰਦੇ, ਸੰਤ ਬਾਬਾ ਬਲਵੰਤ ਸਿੰਘ ਜੀ ਟਾਂਡੇ ਵਾਲੇ, ਕਦੇ ਦਿਲ ਨਾ ਵੀ ਕਿਸੇ ਦਾ ਦਿਖਾਈਏ, ਦਿਲਾਂ ਵਿੱਚ ਰੱਬ ਵਸਦਾ, ਦਿਲ ਨਾ ਵੀ ਕਿਸੇ ਦਾ ਦਿਖਾਈਏ, ਦਿਲਾਂ ਵਿੱਚ ਰੱਬ ਵਸਦਾ, ਦਿਲਾਂ ਵਿੱਚ ਕਿਸੇ ਦਾ ਦਿਖਾਈਏ, ਦਿਲਾਂ ਵਿੱਚ ਰੱਬ ਵਸਦਾ, ਦਿਲ ਨਾ ਕਿਸੇ ਦਾ ਦਿਖਾਈਏ, ਦਿਲਾਂ ਵਿੱਚ ਰੱਬ ਵਸਦਾ, ਦਿਲ ਨਾ ਕਿਸੇ ਦਾ ਦਿਖਾਈਏ, ਦਿਲਾਂ ਵਿੱਚ ਰੱਬ ਵਸਦਾ, ਕਦੇ ਦਿਲ ਨਾ ਕਿਸੇ ਦਾ ਦਿਖਾਈਏ, ਦਿਲਾਂ ਵਿੱਚ ਰੱਬ ਵਸਦਾ। ਮਹਾਂਪੁਰਖਾਂ ਦਾ ਧਿਆਨ ਦਿਓ। ਮੈਂ ਮਹਾਂਪੁਰਖਾਂ ਦਾ ਉਤਸ਼ਾਹ ਵਧਾਉਣ ਲਈ, ਸੰਗਤ ਦਾ ਉਤਸ਼ਾਹ ਵਧਾਉਣ ਲਈ ਬੇਨਤੀ ਕੀਤੀ ਹੈ, ਅਰਦਾਸ ਵੀ ਕੀਤੀ ਮਹਾਰਾਜ ਦੇ ਚਰਨਾਂ 'ਚ। ਮੈਂ ਸੰਗਤ ਨੂੰ ਵੀ ਬੇਨਤੀ ਕਰਦਾ ਵੀ ਆ ਜਿਹੜਾ ਕਾਰਜ ਕੱਲ ਨੂੰ ਹੋਣਾ ਨਾ ਗਰੀਬ ਧੀਆਂ ਦੇ ਵਿਆਹਾਂ ਦਾ, ਇਹਦੇ ਲਈ ਗੁਰੂ ਵੀ ਕਿਵੇਂ ਕਿਰਪਾ ਕਰਦਾ। ਸੁਣਿਓ, ਕਹਿੰਦੇ ਉਹ ਗਰੀਬ ਨੂੰ ਜਦੋਂ ਤੋੜ ਦਿੱਤਾ ਇਹਨੇ ਖਾਲੀ ਹੱਥੀਂ, ਉਹ ਗੁਰੂ ਅਮਰਦਾਸ ਜੀ ਕੋਲ ਰੋਂਦਾ ਆ ਗਿਆ। ਮਹਾਰਾਜ ਕਹਿੰਦੇ ਉਹ ਤੂੰ ਗੰਗਦਾਸ ਕੋਲ ਗਿਆ ਨਹੀਂ। ਮਹਾਰਾਜ ਗੰਗਦਾਸ ਕੋਲ ਗਿਆ, ਗੰਗਦਾਸ ਕਹਿੰਦਾ ਹੁਣ ਮੈਂ ਗੁਰੂ ਨਾਨਕ ਦਾ ਖਾਤਾ ਹੀ ਬੰਦ ਕਰਤਾ। ਸਤਿਨਾਮ ਸ੍ਰੀ ਵਾਹਿਗੁਰੂ। ਮੈਂ ਗੰਗਦਾਸ ਦਾ ਖਾਤਾ ਹੀ ਬੰਦ ਕਰਤਾ। ਮਹਾਰਾਜ ਕਹਿੰਦੇ ਖਾਤਾ ਹੀ ਬੰਦ ਕਰਤਾ। ਉਹ ਕਹਿੰਦਾ ਇੱਥੇ ਗੁਰੂ ਨਾਨਕ ਦੇ ਨਾਂ ਦਾ ਖਾਤਾ ਹੈ ਨਹੀਂ। ਤੇ ਗੁਰੂ ਅਮਰਦਾਸ ਦੇ ਮੁਖ ਚੋਂ ਬਚਨ ਨਿਕਲਿਆ, ਜੇ ਗੁਰੂ ਨਾਨਕ ਦਾ ਨਾਂ ਹੀ ਨਹੀਂ ਤੇ ਫਿਰ ਉੱਥੇ ਕੁਝ ਵੀ ਨਹੀਂ ਆ। ਜਿੱਥੇ ਬਾਬੇ ਨਾਨਕ ਦਾ ਨਾਂ ਨਹੀਂ ਉੱਥੇ ਕੁਝ ਵੀ ਨਹੀਂ। ਗੰਗਦਾਸ 6 ਮਹੀਨਿਆਂ ਬਾਅਦ ਖਾਲੀ ਪੀਪੇ ਵੇਚ ਕੇ ਫਿਰ ਆ ਗਿਆ। ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਨੇ ਉਸ ਗਰੀਬ ਸਿੱਖ ਨੂੰ ਗੱਲ ਨਾ ਲਾਇਆ, ਗੱਲ ਨਾ ਲਾ ਕੇ ਕਹਿੰਦੇ ਦੱਸ ਤੈਨੂੰ ਕੀ ਚਾਹੀਦਾ। ਸਤਿਗੁਰਾਂ ਨੇ ਭਰ ਕੇ ਭੰਡਾਰੇ ਗੱਡੇ ਭਰ ਕੇ ਤੋਰਿਆ। ਕਹਿੰਦਾ ਮਹਾਰਾਜ ਤੁਹਾਡੀ ਰਹਿਮਤ ਚਾਹੀਦੀ ਆ, ਤੁਹਾਡੀ ਕਿਰਪਾ ਚਾਹੀਦੀ ਆ। ਜਦੋਂ ਗੱਡੇ ਭਰ ਕੇ ਤੁਰਿਆ ਜਾਂਦਾ ਲੋਕ ਪੁੱਛਦੇ ਉਹ ਕਿੱਥੋਂ ਲਿਆਇਆ, ਕੀ ਲੈ ਕੇ ਆ ਰਹੇ ਆ, ਸਮਾਨ ਕਿੱਥੋਂ ਲਿਆਇਆ। ਗਰੀਬ ਕਹਿੰਦਾ ਆ ਰਹਿਮਤ ਵੇਖੋ ਸਤਿਗੁਰ ਦੀ, 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 ਰਹਿਮਤ ਵੇਖੋ ਮਾਲਕ ਦੀ। ਆਓ ਮੈਂ ਆਪਣੇ ਆਪ ਨੂੰ ਰੋਕਾਂ, ਆ ਕੱਲ ਨੂੰ ਇੱਥੋਂ ਵੀ ਗੱਡੀਆਂ ਭਰ ਭਰ ਕੇ ਲੈ ਕੇ ਜਾਣੀਆਂ ਨੇ।
ਜਦੋਂ ਗੱਡੀਆਂ ਤੁਰਨ ਗਈਆਂ ਤੇ ਪਿਆਰਿਓ ਲੋਕ ਕਹਿਣਗੇ ਵੇਖੋ ਬਾਬੇ ਨਾਨਕ ਨੇ ਗੁਰੂ ਗ੍ਰੰਥ ਸਾਹਿਬ ਨੇ ਗਰੀਬ ਧੀਆਂ ਨੂੰ ਦਾਜ ਦਿੱਤਾ। ਇਹ ਪਿਆਰ ਦੀਆਂ ਨਿਸ਼ਾਨੀਆਂ ਗੁਰਮਖੋ, ਇਹਨੂੰ ਦਾਜ ਨਾ ਸਮਝਿਓ, ਇਹਨੂੰ ਦਾਜ ਨਾ ਸਮਝੋ, ਇਹਨੂੰ ਵਸਤੂਆਂ ਨਾ ਸਮਝਿਓ, ਇਹਨੂੰ ਐ ਸਮਝਿਓ ਬਾਬੇ ਨਾਨਕ ਨੇ ਆਪਣੇ ਘਰ ਚੋਂ ਸਾਨੂੰ ਨਿਸ਼ਾਨੀਆਂ ਦਿੱਤੀਆਂ ਪਿਆਰ ਦੀਆਂ। ਸਤਿਨਾਮ ਸ੍ਰੀ ਵਾਹਿਗੁਰੂ। ਇਹਨਾਂ ਦੀ ਕੀਮਤ ਨਹੀਂ ਕੋਈ ਦੇ ਸਕਦਾ, ਇਹਨਾਂ ਦੀ ਕੀਮਤ ਨਹੀਂ ਕੋਈ ਦੇ ਸਕਦਾ। ਆਓ ਮਹਾਂਪੁਰਖਾਂ ਦਾ ਬਹੁਤ ਵੱਡਾ ਉਪਰਾਲਾ ਹੈ। ਤੇ ਫਿਰ ਮੈਂ ਅਰਦਾਸ ਕਰਕੇ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਉੱਥੇ ਹੀ ਆਵਾਂ। ਮੈਂ ਤਾਂ ਕੇਵਲ ਬੇਨਤੀ ਇਹ ਕੀਤੀ ਸੀ ਕਿ ਇਹ ਜਿਹੜੇ ਵੱਡੇ ਸਮਾਗਮ ਜਿੱਦਾਂ ਧੀਆਂ ਦੇ ਵਿਆਹ ਕਰਨੇ, ਹੋਰ ਗਰੀਬਾਂ ਦੀ ਮਦਦ ਕਰਨੀ, ਇਹ ਤਾਂ ਮੁੜ ਤੋਂ ਹੀ ਚੱਲਦੀ ਆਈ ਹੈ। ਰੀਤ ਗੁਰੂ ਨਾਨਕ ਦੇ ਘਰ ਦੀ ਹੈ। ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਆਪਾਂ ਵੀ ਸਾਰੇ ਰਲ ਕੇ ਸੇਵਾ ਕਰੀਏ। ਜਿਹੜੇ ਕੋਈ ਵਾਂਝੇ ਰਹਿ ਗਏ ਭਾਈ ਮਹਾਂਪੁਰਖਾਂ ਦਾ ਸਾਥ ਦਿਓ, ਆਪਣਾ ਹਿੱਸਾ ਪਾਓ। 10 ਰੁਪਈਆਂ ਨਾਲ ਵੀ ਹਿੱਸਾ ਪੈ ਜਾਣਾ, 100 ਨਾਲ ਵੀ ਪੈ ਜਾਣਾ, ਜਿੰਨਾ ਵਿੱਤ ਹੈ ਉਹਦੇ ਮੁਤਾਬਕ ਜਰੂਰ ਹਿੱਸਾ ਪਾਇਓ। ਸਤਿਨਾਮ ਸ੍ਰੀ ਵਾਹਿਗੁਰੂ। ਆਓ ਧਾਰਨਾ ਪੜ੍ਹ ਕੇ ਮੈਂ ਸਮਾਪਤੀ ਕਰਾਂ। ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਧੰਨਵਾਦ ਸਟੇਜ ਸੈਕਟਰੀ ਸਾਹਿਬ ਉਹਨਾਂ ਦਾ, ਧੰਨਵਾਦ ਸ੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਹੁਣਾਂ ਦਾ, ਧੰਨਵਾਦ ਜਿਨ੍ਹਾਂ ਨੇ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਾਏ। ਮੈਂ ਤਾਂ ਕੇਵਲ ਇੰਨੇ ਕੁ ਸਮੇਂ 'ਚ ਬੇਨਤੀ ਕਰ ਸਕਿਆ, ਇਤਿਹਾਸ ਲੰਬਾ ਸੀ। ਮੈਂ ਕੇਵਲ ਬੇਨਤੀ ਕਿ ਗੁਰੂ ਅਮਰਦਾਸ ਜੀ ਨੇ ਉਸ ਗਰੀਬ ਨੂੰ ਫਿਰ ਗੱਡੇ ਭਰ ਕੇ ਸਮਾਨ ਦੇ ਦਿੱਤੇ। ਕਿਹਾ ਜਾ ਕੇ ਧੀ ਦਾ ਕਾਰਜ ਕਰ। ਜੋ ਉਦੋਂ ਗੁਰੂ ਗੱਡੇ ਭਰ ਕੇ ਦਿੰਦਾ ਸੀ, ਅੱਜ ਮਹਾਂਪੁਰਖਾਂ ਤੋਂ ਦਵਾਰਿਆ। ਸਤਿਨਾਮ ਸ੍ਰੀ ਵਾਹਿਗੁਰੂ। ਪਿਆਰਿਓ ਅੱਜ ਮਹਾਂਪੁਰਖਾਂ ਤੋਂ ਗੁਰੂ ਦਵਾਰਿਆ, ਇਹਨਾਂ 'ਚ ਵਸ ਕੇ ਦਵਾਰਿਆ। ਸੋ ਮਾਲਕ ਕਿਰਪਾ ਕਰੇ, ਮਹਾਂਪੁਰਖਾਂ ਨੂੰ ਚੜ੍ਹਦੀ ਕਲਾ ਬਖਸ਼ੇ, ਆਪ ਸਾਰੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਗੁਰੂ ਬਖਸ਼ੇ। ਇਹ ਕਾਰਜ ਚੜ੍ਹਦੀਆਂ ਕਲਾ 'ਚ ਮਹਾਰਾਜ ਕਰਾਉਣ। ਕਰਿਓ ਬੇਨਤੀ ਸਾਰੇ ਮਹਾਂਪੁਰਖਾਂ ਲਈ। ਤੁਮਰੇ ਕਾਜ ਸਵਾਰੇ ਸਤਿਗੁਰ, ਤੁਮਰੇ ਕਾਜ ਸਵਾਰੇ, ਕਾਜ ਸਵਾਰੇ ਸਤਿਗੁਰ, ਤੁਮਰੇ ਕਾਜ ਸਵਾਰੇ, ਤੁਮਰੇ ਕਾਜ ਸਵਾਰੇ ਤੁਮਰੇ ਕਾਜ ਸਵਾਰੇ ਮਾਲਕ, ਤੁਮਰੇ ਕਾਜ ਸਵਾਰੇ, ਤੁਮਰੇ ਕਾਜ ਸਵਾਰੇ ਸਤਿਗੁਰ, ਤੁਮਰੇ ਕਾਜ ਸਵਾਰੇ, ਤੁਮਰੇ ਕਾਜ ਸਵਾਰੇ। ਤੁਮਰੇ ਕਾਜ ਸਵਾਰੇ ਸਤਿਗੁਰ, ਤੁਮਰੇ ਕਾਜ ਸਵਾਰੇ, ਤੁਮਰੇ ਕਾਜ ਸਵਾਰੇ ਸਤਿਗੁਰ, ਤੁਮਰੇ ਕਾਜ ਸਵਾਰੇ, ਤੁਮਰੇ ਕਾਜ ਸਵਾਰੇ ਮਾਲਕ, ਤੁਮਰੇ ਕਾਜ ਸਵਾਰੇ। ਫਿਰ ਕਰਵਾ ਸੋ ਹਰ ਜਨ ਪਿਆਰੇ ਸਤਿਗੁਰ, ਤੁਮਰੇ ਕਾਜ ਸਵਾਰੇ, ਕੀ ਕਰਤਾ ਰੇ। ਆਓ ਸਤ ਸੰਗਤ ਜੀ, ਇਹ ਸਟੇਜ ਬਹੁਤ ਵੱਡੇ ਵੱਡੇ ਵਿਦਵਾਨ ਮਹਾਂਪੁਰਖਾਂ ਨੇ ਹਾਜ਼ਰੀ ਭਰੀ ਹੈ ਤੇ ਕੱਲ ਨੂੰ ਵੀ ਹਾਜ਼ਰੀ ਭਰਨੀ ਹੈ। ਸੋ ਮਾਲਕ ਕਿਰਪਾ ਕਰੇ। ਮੈਂ ਤਾਂ ਕੇਵਲ ਆਪ ਜੀ ਨਾਲ ਸਿੱਧੀਆਂ ਜੀਆਂ ਬੇਨਤੀਆਂ ਸਾਂਝ ਪਾਈਆਂ ਨੇ ਕਿ ਆਪਾਂ ਵੀ ਸਾਰੇ ਰਲ ਮਿਲ ਕੇ ਹਿੱਸਾ ਪਾਈਏ। ਕਾਰਜ ਤਾਂ ਗੁਰੂ ਨਾਨਕ ਨੇ ਮਹਾਂਪੁਰਖਾਂ ਤੋਂ ਕਰਾ ਦੇਣਾ ਹੈ, ਬਸ ਤੂੰ ਨਾਲ ਹਿੱਸਾ ਪਾ ਕੇ ਆਪਣਾ ਨਾਂ ਚੜਾ ਲੈ ਇਹਦੇ ਚ। ਸਤਿਨਾਮ ਸ੍ਰੀ ਵਾਹਿਗੁਰੂ। ਸੋ ਬਾਕੀ ਆਓ, ਬਹੁਤ ਸੁਲਝੇ ਹੋਏ ਸਟੇਜ ਸੈਕਟਰੀ ਸਾਹਿਬ ਜਿਹੜੇ ਬੜੇ ਇਤਿਹਾਸ ਦੀ ਖੋਜ ਰੱਖਦੇ ਆ,
कई बेनतियां आओ मेरे तो भुल्लां गलतियां हो गईयां होणगीਆਂ सतगुरु बख्शिश करन किते फिर समा बनिया फिर हाजरी भरांगे। सो आओ मैं उत्साह ਵਧਾਉਣ ਲਈ प्यार की गल की है कि महापुरखों ने बहुत बड़ा उपराला किया है जो ये बच्चियां दे आनंद कारज ਵਿਆਹਾਂ ਦਾ ਇਹ ਸਮਾਗਮ ਰੱਖਿਆ। ਆਪਾਂ ਸਾਰੇ ਨਾਲ ਮਿਲ ਕੇ ਸਾਥ ਦਈਏ। ਭੁੱਲਾਂ ਚੁੱਕਾਂ ਦੀ ਖਿਮਾ ਫਿਰ ਕਿਤੇ ਸਮਾਂ ਬਣਿਆ ਫਿਰ ਹਾਜ਼ਰੀ ਭਰਾਂਗੇ। ਦਿਓ ਮਾਫੀ ਦਾ ਸਬੂਤ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ